एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। एक ओंकार सतनाम करता पुरख निरभव निर्वैर अकाल मूरत अजूनी सैभं गुर प्रसाद। धन धन गुरु ग्रंथ साहब जी महाराज, धन धन गुरु ग्रंथ साहब जी महाराज, धन गुरु गोबिंद सिंह साहिब सच्चे पातशाह, नदर करनी बादशाह, गुरु नानक साहिब हजूर। मिल जगदीश मिलन की बरिया, भूल छिमो हमरी प्रभापन, भूलनहार कहाँ को मोसो। वाहिगुरु जी का खालसा, वाहिगुरु जी की फतेह। आसा दी वार दी इस बाणी दी दर्शन असी कुछ चिर तो कर रहे हैं। अज 8वीं पौड़ी दी विचार आरंभ करनी है। निरंकार दे दर्शन दी गल चला रहे हैं गुरु, जीवन बारे समझा रहे हैं, सच्चे बारे गल चला रहे हैं, मन दे बारे दस रहे हैं, हौमे दे रोग बारे दस रहे हैं, मैं दुखी क्यों हाँ यह समझा रहे हैं, जीवन दे तत्व विच की है वो दस रहे हैं। इस पते विच भी साहिब ने जीवन बारे भी दसिया है। असी क्यों आंदे हाँ, क्यों जन्म लेंदे हाँ। कोर इशू जिहड़े साडे सारियां दे सामने है, चिंता। अज उदी डूंघियाई विच भी उतर के देखते हाँ महाराज की कह रहे हैं। जो निशान असी वरतते हाँ धर्म बारे, उन्हां निशानियां दी आधार की है, उदा मीनिंग की है, सृष्टि दी कुछ गल भी समझाणगे। रोज़मर्रा दे जीवन विच की चंगा है की माड़ा है, उदा अध्यात्म नाल की रिश्ता है, आत्मा नाल की रिश्ता है। इहो जिहियां गल्लां साहिब अज दे पदे विच समझा रहे हैं सानू। कोई वीर भैन इस पदे नूं पढ़दे, फिर असीं इहदी विचार विच उतरदे हां। धन्नवाद। वाहिगुरु जी। श्लोक महला पहला। पुरखां बिरखां तीरथां, तट्टां मेघां खेतां, दीपां लोहां मंडलां, खंडां वरमंडां, अंडज जेरज उतपुजां, खाणी सेत जां, सोमित जाणै नानका, सरा मेरा जंता। नानक जंत उपाय कै, संभाले सबना, जिन करतै करना किया, चिंता भी करनी तां, सो करता चिंता करे, जिन उपाया जग। तिस जोहारी स्वस्थ तिस, तिस दी बाण अपग, नानक सच्चे नाम बिन, क्या टिक्का क्या तग। महला पहला। लख नेकियां चंगियाइयां, लख पुन्ना परवान, लख तप उपर तीरथां, सहज जोग बेबान। लख सूरतन संग्राम, रण में छुटै प्राण, लख सुरती लख ज्ञान ध्यान, पढ़िए पाठ पुराण। जिन करतै करना किया, लिखिया आवन जान, नानक मति मिथ्या, कर्म सचा निशान। पौड़ी। सच्चा साहिब एक तू, जिन सच्चो सच वरताया, जिस तू दे तिस मिलै सच, ता तिन्नी सच कमाया। सतगुर मिलै सच पाया,
ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣੀ, ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆ ਕਾਹੇ ਆਇਆ, ਵਿੱਚ ਦੁਨੀਆ ਕਾਹੇ ਆਇਆ। ਵਾਹਿਗੁਰੂ ਜੀ। ਵਾਹਿਗੁਰੂ ਜੀ। ਵਿੱਚ ਦੁਨੀਆ ਕਾਹੇ ਆਇਆ। ਗੁਰੂ ਦੇ ਨਜ਼ਰੀਏ ਚੋਂ ਜੀਵਨ ਦੇ ਵਿੱਚ ਆਉਣ ਦਾ ਕੀ ਮਤਲਬ ਹੈ, ਕਿਉਂ ਆਉਣਾ ਹੈ ਇੱਥੇ। ਕੁਝ ਦਾ ਮਕਸਦ ਹੋਏਗਾ। ਇਹ ਬਹਿੰਦੀ ਦੁਨੀਆ ਵਿੱਚ ਇੱਕ ਬਹਿੰਦੇ ਦਰਿਆ ਦੀ ਤਰ੍ਹਾਂ ਸਭ ਕੁਝ ਧੁੰਦਲਾ ਹੋ ਜਾਂਦਾ ਹੈ। ਚਿੰਤਾ ਖਾ ਜਾਂਦੀ ਹੈ ਸਾਨੂੰ, ਚਿਤਾ ਦੀ ਤਰ੍ਹਾਂ। ਜੀਵਨ ਦਾ ਆਣਾ ਜਾਣਾ ਭੁੱਲ ਜਾਂਦਾ ਹੈ। ਪਰਸਪੈਕਟਿਵ ਗੁੰਮ ਹੋ ਜਾਂਦਾ ਹੈ। ਦੋਸ਼ ਕਿਸ ਦਾ ਹੈ, ਕੀ ਕਹਿ ਸਕਦੇ ਹਾਂ। ਦੇਖਣ ਦਾ ਨਜ਼ਰੀਆ ਸਾਡੇ ਕੋਲ ਹੈ ਨਹੀਂ, ਪਰ ਗਿਆਨ ਨਾ ਹੋਣਾ, ਗਿਆਨ ਨੂੰ ਨਾ ਜਾਣਨਾ, ਜੀਵਨ ਨੂੰ ਪੂਰੀ ਤਰ੍ਹਾਂ ਨਾ ਸਮਝ ਪਾਣਾ, ਇਹਦਾ ਨਫਾ ਔਰ ਨੁਕਸਾਨ ਕਿਸ ਨੂੰ ਹੈ। ਜੀ ਤੇ ਮੈਂ ਰਿਹਾ ਹਾਂ ਔਰ ਇਹਦੇ ਰੈਪਰਕਸ਼ਨਸ ਮੇਰੇ ਹੀ ਹਨ। ਕੋਈ ਦੂਸਰਾ ਉਸ ਨੂੰ ਨਹੀਂ ਭੋਗੇਗਾ। ਅੰਗੁਲੀਮਾਲ ਦੀ ਕਥਾ ਹੈ। ਗੌਤਮ ਬੁੱਧ ਔਰ ਅੰਗੁਲੀਮਾਲ ਦਾ ਆਮਣਾ ਸਾਹਮਣਾ ਹੋਇਆ। ਮਾਰ ਦਿੰਦਾ ਸੀ ਲੋਕਾਂ ਨੂੰ। ਅੰਗੁਲੀ ਕੱਟ ਕੇ ਆਪਣੇ ਗਲੇ ਵਿੱਚ ਹੀ ਇੱਕ ਹਾਰ ਦੀ ਤਰ੍ਹਾਂ ਪਾ ਲੈਂਦਾ ਸੀ। ਇੱਕ ਵਾਰਤਾਲਾਪ ਹੋਈ ਗੌਤਮ ਬੁੱਧ ਦੇ ਨਾਲ। ਉਹਦੇ ਵਿੱਚ ਗੌਤਮ ਬੁੱਧ ਨੇ ਉਸ ਨੂੰ ਪੁੱਛਿਆ ਕਿ ਤੂੰ ਇਹ ਸਭ ਕਿਸ ਲਈ ਕਰਦਾ ਹੈ। ਤਾਂ ਉਸਨੇ ਜਵਾਬ ਦਿੱਤਾ, ਮੈਂ ਆਪਣੇ ਬੱਚੇ ਪਾਲਨੇ ਹਨ, ਪਰਿਵਾਰ ਪਾਲਣਾ ਹੈ। ਤਾਂ ਗੌਤਮ ਬੁੱਧ ਨੇ ਉਸ ਨੂੰ ਪੁੱਛਿਆ, ਇੱਕ ਗੱਲ ਦੱਸ, ਤੇਰੇ ਇਹਨਾਂ ਕਰਮਾਂ ਦਾ ਜੋ ਭਾਰ ਹੈ ਉਹ ਪਰਿਵਾਰ ਤੇਰੇ ਨਾਲ ਖਲੋ ਕੇ ਸਹਿਯੋਗ ਦੇਗਾ। ਇਹਨਾਂ ਪਾਪਾਂ ਦਾ ਭੋਗ ਉਹ ਵੀ ਨਾਲ ਤੇਰੇ ਭੋਗਣਗੇ। ਇਹ ਤਾਂ ਜਾ ਕੇ ਪੁੱਛ। ਜਦੋਂ ਉਸਨੇ ਆਪਣੇ ਪਰਿਵਾਰ ਨਾਲ ਵਾਰਤਾਲਾਪ ਕੀਤੀ, ਉਹਦਾ ਜਨਮ ਬਦਲ ਗਿਆ। ਸਭ ਇੱਕ ਪਾਸੇ ਹੋ ਕੇ ਖਲੋ ਗਏ। ਸਾਡਾ ਇਹਨਾਂ ਨਾਲ ਕੀ ਲੈਣਾ ਦੇਣਾ। ਅਸੀਂ ਤਾਂ ਨਹੀਂ ਕਿਹਾ ਤੈਨੂੰ ਤੂੰ ਮਾਰ ਲੋਕਾਂ ਨੂੰ। ਅਸੀਂ ਆਪਣੇ ਆਪ ਨੂੰ ਕੀ ਜਾਣਦੇ ਹਾਂ ਔਰ ਜੀਵਨ ਸਾਨੂੰ ਕਿਸ ਤਰ੍ਹਾਂ ਦੇਖਦਾ ਹੈ, ਇਹ ਦੋ ਵੱਖਰੀਆਂ ਗੱਲਾਂ ਨੇ। ਅਸੀਂ ਕਰਦੇ ਹਾਂ ਆਪਣੇ ਲਈ, ਪਰਿਵਾਰ ਲਈ, ਦੇਸ਼ ਲਈ, ਦੁਨੀਆ ਲਈ, ਸਭ ਸਾਡੀ ਲੌਜਿਕ ਹੈ, ਪਰ ਉਹ ਕਿਤਨੀ ਰੀਅਲ ਹੈ, ਇਸ ਦੂਸਰੇ ਪਦੇ ਵਿੱਚ ਸਮਝ ਆ ਰਹੀ ਹੈ। ਪਹਿਲਾ ਪਦਾ ਸਾਨੂੰ ਇਹ ਦੱਸਦਾ ਹੈ ਕਿ ਚਿੰਤਾ ਔਰ ਜੀਵਨ ਦਾ ਕੀ ਰਿਲੇਸ਼ਨਸ਼ਿਪ ਹੈ। ਗੁਰੂ ਆਪਣੀ ਦ੍ਰਿਸ਼ਟੀ ਨਾਲ ਸਾਨੂੰ ਬਹੁਤ ਕੁਝ ਸਮਝਾ ਰਹੇ ਹਨ ਔਰ ਸਾਨੂੰ ਉਹ ਦਿਖਦਾ ਨਹੀਂ ਹੈ। ਬੀਬਾ ਪੁੱਛਦੇ ਸਨ ਕਿ ਇਹਨਾਂ ਖੰਡਾ ਬ੍ਰਹਮੰਡਾਂ ਨੂੰ ਗੁਰੂ ਸੱਚ ਕਹਿ ਰਿਹਾ ਹੈ, ਪਰ ਇਹ ਤੇ ਨਾਸ਼ਵਾਨ ਹਨ। ਕਿਉਂ ਕਹਿ ਰਿਹਾ ਹੈ? ਸਾਡੇ ਕੋਲ ਦ੍ਰਿਸ਼ਟੀ ਨਹੀਂ ਹੈ। ਸਾਨੂੰ ਇਹ ਨਾਸ਼ਵਾਨ ਜੀਵਨ ਨਜ਼ਰ ਆ ਰਿਹਾ ਹੈ। ਗੁਰੂ ਨੂੰ ਇਹਦੇ ਵਿੱਚ ਵਸਦਾ ਨਿਰੰਕਾਰ ਦਿਖ ਰਿਹਾ ਹੈ। ਦੋਨੋਂ ਡਿਫਰੈਂਟ ਪਰਸਪੈਕਟਿਵਸ ਹਨ। ਪਹਿਲੀ ਪਦੇ ਵਿੱਚ ਗੁਰੂ ਸਾਨੂੰ ਸਮਝਾ ਰਹੇ ਹਨ ਕਿ ਨਾਮ ਜੀਵਨ ਦਾ ਆਧਾਰ ਹੈ। ਨਾਮ ਦੇ ਬਿਨਾਂ ਕੁਝ ਵੀ ਚਿੰਨ ਪਾਣਾ ਇੱਕ ਬੇਅਰਥ ਜਿਹਾ ਦਿਖਦਾ ਹੈ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਨਾਮ ਦੇ ਬਿਨਾਂ ਚਿੰਨ ਪਾ ਲੈਣਾ, ਟਿੱਕਾ ਔਰ ਤਗ,
ਇਹ ਹਿੰਦੂ ਧਰਮ ਦੀ ਨਿਸ਼ਾਨੀਆਂ ਹਨ। ਕਿਸੇ ਵੀ ਧਰਮ ਦੀ ਹੋਏ, ਸਿੱਖ ਧਰਮ ਦੀ ਵੀ ਹੋ ਸਕਦੀ ਹੈ। ਇਹਨਾਂ ਨਿਸ਼ਾਨੀਆਂ ਦਾ ਆਧਾਰ ਔਰ ਰਿਲੇਸ਼ਨਸ਼ਿਪ ਧਰਮ ਨਾਲ ਕੀ ਹੈ, ਤਾਂ ਹੀ ਵਾਜਿਬ ਹੁੰਦਾ ਹੈ ਜਦੋਂ ਨਾਮ ਜੀਵਨ ਵਿੱਚ ਉਤਰ ਜਾਏ। ਨਹੀਂ ਤਾਂ ਇੱਕ ਦਿਖਾਵਾ ਜਿਹਾ, ਹੰਕਾਰ ਦਾ ਹੀ ਪ੍ਰਗਟਾਵਾ, ਬਿਨਾਂ ਨਾਮ ਦੇ ਇਹਨਾਂ ਚਿੰਨ੍ਹਾਂ ਨਾਲ ਅਸੀਂ ਕੋਈ ਲਾਭ ਨਹੀਂ ਉਠਾ ਸਕਦੇ। ਗੁਰੂ ਸਾਨੂੰ ਸੱਤ ਨਾਲ ਜੋੜਦਾ ਹੈ ਔਰ ਸੱਤ ਨੂੰ ਦੇਖਦੇ ਹੋਏ ਕੀ ਦਰਸ਼ਨ ਹੋ ਰਹੇ ਹਨ ਉਹਦੇ ਨਾਲ ਜੋੜਦਾ ਹੈ। ਗੁਰੂ ਦੀ ਲੌਜਿਕ ਨੂੰ, ਗੁਰੂ ਦੇ ਮਨ ਨੂੰ, ਗੁਰੂ ਦੀ ਬਾਣੀ ਨੂੰ ਸਮਝਣਾ, ਵਿਚਾਰਨਾ, ਮਨ ਵਿੱਚ ਬਿਠਾਣਾ ਗੁਰੂ ਨਾਲ ਮਨ ਜੋੜਨ ਦੀ ਇੱਕ ਵਿਧੀ ਹੈ। ਔਰ ਮਨ ਨੂੰ ਜੋੜ ਕੇ ਫਿਰ ਅਸੀਂ ਦੇਖਣ ਦਾ ਨਜ਼ਰੀਆ ਬਦਲ ਲੈਂਦੇ ਹਾਂ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਕ। ਇਸ ਪਦੇ ਵਿੱਚ ਗੁਰੂ ਸਾਹਿਬ ਸਾਨੂੰ ਜੀਵਨ ਦੀ ਵੱਖਰੀ ਡਾਇਵਰਸਿਟੀ ਦੀ ਗੱਲ ਚਲਾ ਰਹੇ ਹਨ। ਜਿਤਨਾ ਜੀਵਨ ਡਾइवर्स होएगा, जितना इकोसिस्टम डाइवर्स होएगा, उतना स्टेबल होएगा। यह अनेक जीव जंत, अनेका ही पौधे, पंछी, जीवन जितना ज़्यादा फैलाव विच होंदा है, उतना यदी सस्टेनेबिलिटी अश्योर होंदी है। जे इस सारी सृष्टि में केवल इंसान रह जाए तो वो शायद कुछ दिनों तो ज़्यादा सरवाइव नहीं कर पाएगा। यह सब फैलाव जीवन की कंटिन्यूटी वास्ते, जीवन के चलन वास्ते उदा एक आधार है। गुरु दसदे हैं पुरखां, बिरखां, तीर्थां, तटां, मेघां, खेतां। अनेक ही पुरख हन, इंसान हन, बिरख हन, पेड़ हन, तीर्थ हन, तीर्थ हन जिथे इंसान बैठ के तप करते हैं, उसनूं असीं तीर्थ कह दिंदे हां। पर जीवन विच असल तीर्थ तां मन दे अंदर है। जीवन दा असल तीर्थ बाहर नहीं है। जदों नाम अभ्यास विच उतर के असी जीवन नूं, मन नूं धो लैंदे हां, मन नूं शुद्ध करदे हां, तां अंतरगत तीर्थ मलनाओ। सुनिया मनिया मन कीता पाओ। पर पुरातन समय में जदों अभ्यासी लोग एक जगह बैठ के अभ्यास करते सन, वो तीर्थ स्थान बन गए हैं। तो महाराज कहते हैं ये अनेक ही स्थान हैं, अनेक ही पेड़ हैं, अनेक ही पुरख हैं, तट हैं, मेघ हैं, खेत हैं। यह सब जीवन की डाइवर्सिटी की गल चला रहे हैं। साइंस इस गल नूं मनदी है, जितना डाइवर्स इकोसिस्टम होएगा उतना स्टेबल होएगा। दीपा लोआ मंडला खंडा ब्रह्मंडा वरमंडा। दीप हन, टापू हन, लोक हन, पाताल लोक, आकाश लोक, मात लोक। ਇਹ ਜਿਹੜੇ ਖੰਡ ਹਨ, ਮੰਡਲ ਹਨ, ਯੂਨੀਵਰਸ ਵਿੱਚ ਸਟਾਰਸ ਹਨ, ਈਕੋਸਿਸਟਮਸ ਹਨ, ਗੈਲੈਕਸੀਜ਼ ਹਨ। ਖੰਡਾ ਬ੍ਰਹਮੰਡਾ, ਖੰਡ ਹਨ ਕਈ। ਵਰਮੰਡਾ, ਜਿੱਥੇ ਜੀਵਨ ਚੱਲ ਰਿਹਾ ਹੈ ਸਾਡੇ ਆਲੇ ਦੁਆਲੇ। अगर
ਇੱਕ ਤਰ੍ਹਾਂ ਇਹਨੂੰ ਐਨਾਲਾਈਜ਼ ਕੀਤਾ ਜਾਏ, ਦੇਖਾ ਜਾਏ, ਤਾਂ ਸਾਨੂੰ ਜੀਵਨ ਦੀ ਐਕਸਪੈਂਸ, ਇਹਦੀ ਡਾਇਵਰਸਿਟੀ ਇਮੈਜੀਨੇਸ਼ਨ ਤੋਂ ਪਰੇ ਦਿਖਦੀ ਹੈ। ਇਹ ਸਾਨੂੰ ਗੁਰੂ ਸਮਝਾ ਰਹੇ ਹਨ ਕਿ ਇਹ ਸਾਰੀ ਫਿਜ਼ੀਕਲ ਦੁਨੀਆ, ਜਿੱਥੇ ਸਭ ਜੀਵਨ ਦਿਖ ਰਿਹਾ ਹੈ ਸਾਨੂੰ, ਇਹ ਪੂਰਾ ਯੂਨੀਵਰਸ ਸਮਝ ਲਈਏ। ਇੱਕ ਮਿੰਟ ਅਗਰ ਉਹਦੇ ਵਿੱਚ ਉਤਰਾਂਗੇ ਤਾਂ ਸਮੇਂ ਔਰ ਸਥਾਨ ਦੀ ਡਾਇਮੈਂਸ਼ਨ ਇਤਨੀ ਜ਼ਿਆਦਾ ਇਨਫਾਈਨਾਈਟ ਹੋ ਜਾਂਦੀ ਹੈ ਕਿ ਸਾਨੂੰ ਸਮਝ ਵਿੱਚ ਨਹੀਂ ਆ ਪਾਏਗਾ। ਲਾਈਟ ਈਅਰਸ ਵਿੱਚ ਜੀਵਨ ਦੀ ਟਰੈਵਲ ਗਿਣੀ ਜਾਂਦੀ ਹੈ। ਐਲਫਾ ਸੈਂਚੁਰੀ ਸਭ ਤੋਂ ਨੇੜੇ ਜਿਹੜਾ ਸਟਾਰ ਹੈ ਉਹ ਵੀ ਕਈ ਲਾਈਟ ਈਅਰਸ ਦੂਰ ਹੈ। 3 × 10⁸ ਮੀਟਰ ਪਰ ਸੈਕਿੰਡ ਲਾਈਟ ਦੀ ਰਫ਼ਤਾਰ ਹੈ। ਸਾਡੀ ਇਮੈਜੀਨੇਸ਼ਨ ਵਿੱਚ ਨਹੀਂ ਹੈ ਕਿਤਨੀ ਦੂਰ ਸਥਾਨ ਹਨ, ਪਰ ਇਨਸਾਨ ਨੇ ਪ੍ਰੋਗਰੈਸ ਕੀਤੀ ਹੈ। ਇਸ ਤਰ੍ਹਾਂ ਉਹਨੇ ਦੂਰਬੀਨਾਂ ਬਣਾ ਲਈਆਂ ਹਨ ਦੂਰ ਦੇਖਣ ਵਾਸਤੇ। ਦੇਖ ਸਕਦਾ ਹੈ, ਹੁਣ ਸੁਣ ਸਕਦਾ ਹੈ। ਮਹਾਰਾਜ ਇਹ ਸਾਰੀ ਸ੍ਰਿਸ਼ਟੀ ਦੀ ਗੱਲ ਸਾਡੇ ਨਾਲ ਚਲਾ ਰਹੇ ਹਨ। ਅੰਡਜ, ਜੇਰਜ, ਉਤਪੁਜਾ, ਇਹ 4 ਖਾਣੀਆਂ ਹਨ, ਖੰਡ ਹਨ, ਸੈਕਸ਼ਨਸ ਹਨ ਜਿੱਥੋਂ ਜੀਵਨ ਉਤਪੰਨ ਹੁੰਦਾ ਹੈ। 4 ਤੋਂ ਤਾਂ ਜ਼ਿਆਦਾ ਹਨ, ਪਰ 4 ਦੀ ਗੱਲ ਇੱਥੇ ਚੱਲ ਰਹੀ ਹੈ। ਅੰਡੇ ਤੋਂ, ਜੇਰਜ ਤੋਂ, उत्पुज और सेतज पसीने तो जी और जंत उत्पन्न होंदे हन। ये चारों सेतज, उत्पुज, जेरज और अंडज सोर्स ऑफ क्रिएशन की गल चल रही है। यह सब कुछ गुरु समझा रहे हैं कि जीवन इस तरह चल रहा है और यदि मित की है, ਇਹਦੀ ਕੰਡੀਸ਼ਨ, ਇਹਦਾ ਨਾਪ, ਇਹਦੀ ਗਿਣਤੀ, ਇਹਦੀ ਸਟੇਟ। ਸੋ ਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ। ਇਹ ਸਭ ਦੀ ਜੋ ਅੰਦਰੂਨੇ ਹਾਲਾਤ ਨੇ, ਬਾਹਰਲੇ ਹਾਲਾਤ ਨੇ, ਗੁਰੂ ਕਹਿ ਰਹੇ ਹਨ ਕਿ ਇਹ ਸਿਰਫ ਨਿਰੰਕਾਰ ਹੀ ਜਾਣਦਾ ਹੈ। सिर्फ वही जानता है। सरा मेरा जनता, सिर्फ वही जान सकता है यह सब कुछ किस तरह है, ये की हालात ने, की गिणतियाँ हैं, की बनत है, की स्ट्रक्चर है, किस तरह चल रहा है। एक बहुत डाइवर्स और फैली हुई दुनिया की गल गुरु ने चलाई है, पर इनू चला कौन रहा है और किस तरह चला रहा है। इत्थे हुण गुरु समझा रहे हैं, नानक जंत उपाय के संभाले सबना। एक गल समझिए कि जीवन चल रहा है और जीवन के आधार ते ध्यानस्थ नाम है। ध्यान जो साडा असल स्टेट है, यूनिफाइड माइंड, यही स्टेट ऑफ बीइंग दुनिया, इनू कौन संभाल रहा है? किसी ता कानून आधार विच, किसी दे कारण विच, किसी दे ध्यान दे विच यह सब कुछ चल रहा है, नहीं तो कौन चलाएगा? गुरु कह रहे हैं नानक जंत उपाय के, यह सब जीवन निरंकार ने उपाया है, बनाया है और यह सब नू संभाल रहा भी वही है। अगर किसी तो ध्यान एक खिण वास्ते भी उदा हट जाए तो वह रह नहीं पाएगा। इस नाल जुड़ना, इस ध्यान नाल, इस नाम नाल जुड़ना सारी सृष्टि नाल जुड़न की चाबी है।
ਜਦੋਂ ਅਸੀਂ ਆਪਣੇ ਆਪ ਨੂੰ ਛੱਡ ਕੇ ਆਤਮ ਦੇ ਵੱਲ ਟੁਰ ਪੈਂਦੇ ਹਾਂ ਤਾਂ ਇਹ ਦਰਸ਼ਨ ਪ੍ਰਗਟ ਹੋ ਸਕਦੇ ਹਨ, ਮਹਾਰਾਜ ਕਹਿੰਦੇ ਹਨ। ਪਰ ਇੱਥੇ ਇੱਕ ਗੱਲ ਹੋਰ ਰੈਲੇਵੈਂਟ ਹੈ। ਮੈਂ ਰੋਜ਼ਮर्रा ਦੇ ਜੀਵਨ ਵਿੱਚ ਇਹ ਭੁੱਲ ਜਾਂਦਾ ਹਾਂ ਕਿ ਮੈਨੂੰ ਚਲਾ ਕੌਣ ਰਿਹਾ ਹੈ, ਕਿਉਂਕਿ ਅਸੀਂ ਹਾਰਟ ਸੈਂਟਰਡ ਹੁਣ ਨਹੀਂ ਹਾਂ। ਇੰਨੇ ਸੋਚ ਬੜੀ ਗਹਿਰੀ ਹੈ, ਚਿੰਤਾ ਬਹੁਤ ਜ਼ਿਆਦਾ ਹੈ, ਧਿਆਨ ਟੁੱਟਿਆ ਹੋਇਆ ਹੈ, ਖਿੰਡਿਆ ਹੋਇਆ ਹੈ, ਔਰ ਚਿੰਤਾ ਨਾਲ ਹੋਰ ਖਿੰਡਦਾ ਹੈ। ਤਾਂ ਸਾਨੂੰ ਇਹ ਗੱਲ ਭੁੱਲ ਜਾਂਦੀ ਹੈ ਕਿ ਅਸੀਂ ਕਿਸੇ ਕਾਰਨ ਕਰਕੇ ਹਾਂ, ਔਰ ਅਸੀਂ ਸਾਰਾ ਜੀਵਨ, ਸਾਰੀ ਸ੍ਰਿਸ਼ਟੀ ਆਪਣੇ ਆਪ ਵਿੱਚ ਯੂਨੀਕ ਹੈ। ਕੋਈ ਇੱਕ ਕੀੜੀ ਦੂਸਰੇ ਨਾਲ ਨਹੀਂ ਰਲਦੀ, ਕੋਈ ਇੱਕ ਫਿੰਗਰਪ੍ਰਿੰਟ ਕਿਸੇ ਵੀ ਹੋਰ ਫਿੰਗਰਪ੍ਰਿੰਟ ਨਾਲ ਦੇ ਨਹੀਂ ਰਲਦਾ। ਜਿਤਨੇ ਵੀ ਪਹਿਲੇ ਆਏ ਔਰ ਜਿਤਨੇ ਵੀ ਅੱਗੇ ਆਉਣਗੇ ਸਭ ਨਿਰਾਲੇ ਹਨ। ਅਸੀਂ ਸਾਰੇ ਨਿਰਾਲੇ ਹਾਂ ਨਿਰੰਕਾਰ ਦੀ ਨਿਗਾਹ ਵਿੱਚ। ਇਸ ਤਰ੍ਹਾਂ ਸੋਚੀਏ ਤਾਂ ਦਿਖਦਾ ਹੈ ਕਿ ਨਿਰੰਕਾਰ ਨੇ ਬਹੁਤ ਪਿਆਰ ਨਾਲ ਜੀਵਨ ਕੜਿਆ ਹੈ, ਬੜੀ ਕੇਅਰ ਨਾਲ, ਬੜੇ ਧਿਆਨ ਨਾਲ, ਬੜੀ ਚਿੰਤਾ ਨਾਲ। ਦੇਖਣਾ ਜ਼ਰਾ ਮੇਰੀ ਚਿੰਤਾਵਾਂ ਕਿਤਨੀਆਂ ਹਨ। ਅਸੀਂ ਫਲਾਈਟ ਲੈਂਦੇ ਹਾਂ, ਸ਼ਹਿਰਾਂ ਤੋਂ ਉੱਪਰ ਜਹਾਜ਼ ਉੱਡਦਾ ਹੈ, ਅਨੇਕਾਂ ਹੀ ਲਾਈਟਾਂ ਦਿਖਦੀਆਂ ਹਨ। ਹਰ ਇੱਕ ਘਰ ਵਿੱਚ ਇੱਕ ਨਿਰਾਲੀ ਚਿੰਤਾ ਹੈ। ਹਰ ਜਨਾ ਇੱਕ ਚਿੰਤਾ ਵਿੱਚ ਡੁੱਬਿਆ ਹੈ। ਅਨੇਕਾਂ ਹੀ ਤਰ੍ਹਾਂ ਦੀਆਂ ਚਿੰਤਾਵਾਂ ਹਨ, ਪਰ ਅਸੀਂ ਸਾਰੇ ਇੱਕ ਗੱਲ ਭੁੱਲ ਰਹੇ ਹਾਂ ਕਿ ਨਿਰੰਕਾਰ ਦੇ ਧਿਆਨ ਔਰ ਚਿੰਤਾ ਦੇ ਕਾਰਨ ਅਸੀਂ ਹਾਂ। ਇਹ ਰਿਅਲਾਈਜ਼ੇਸ਼ਨ ਬਹੁਤ ਗਹਿਰੀ पोटेंशियल रखता है। जब आकर करत हो कब हूँ, तुम मैं मिलित देह धर सब हूँ। ਉਹਦੇ ਧਿਆਨ ਜਦੋਂ ਇਕਾਗਰ ਕਰੇਗਾ, ਚਾਹੇਗਾ ਤਾਂ ਸਾਰੀ ਸ੍ਰਿਸ਼ਟੀ ਨੂੰ ਸਮੇਟ ਲਏਗਾ। ਆਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਅਸੀਂ ਉਸ ਇੱਕ ਨੂਰ ਤੋਂ ਉਜਾਗਰ ਹੋ ਕੇ ਜੀਵਨ ਵਿੱਚ ਵਿਚਰ ਰਹੇ ਹਾਂ। पर जितनी सियाणप इंसान कोल है जानवर कोल नहीं है। उसे कारण इंसान कॉन्फ्लिक्टेड है, चिंता विच है, और इस रियलाइजेशन तो टुटिया है कि निरंकार उदी चिंता करता है, मेरी, आप दी, सब दी। ताई असी जी पाते हाँ, ताई असी मूवमेंट विच भी चल रहे हाँ। असी जितने इस बारे अनअवेयर हाँ या इस रियलाइजेशन तो हटे हुए हाँ कि निरंकार मेरा आधार है, उतनी ज़्यादा मैनू चिंता करनी पै रही है। जदों मैं एक खिन वास्ते भी विचारांगा कि निरंकार मेरी चिंता करता है तो मेरा जीवन बदल जाएगा। मॉडर्न सोसाइटी का एक बहुत बड़ा रोग है, कम्युनिकेशन बहुत ज़्यादा है और लोनलीनेस उतनी ही ज़्यादा है, क्योंकि मन टुटिया होया है अपने आधार तो,
ਇਸ ਕਰਕੇ ਮਨ ਕੱਲਾ ਹੋ ਗਿਆ ਹੈ, ਆਪਣੀ ਥਾਟਸ ਨਾਲ ਇਤਨਾ ਘਿਰ ਗਿਆ ਹੈ ਕਿ ਉਹ ਆਲਾ ਦੁਆਲਾ ਵੀ ਨਹੀਂ ਦੇਖਦਾ। ਹੁਣ ਮੇਰੇ ਨਾਲ ਕੋਈ ਹੋਰ ਵੀ ਹੈ, ਇਹ ਸੋਚ ਹਟ ਜਾ ਰਹੀ ਹੈ, ਔਰ ਇਸ ਤੋਂ ਫਿਰ ਮਾਨਸਿਕ ਰੋਗ ਉਤਪੰਨ ਵੀ ਹੁੰਦੇ ਹਨ। ਸਾਂਝਤਾ ਵਿੱਚ, ਟੁਗੇਦਰਨੈਸ ਵਿੱਚ ਭਾਰ ਸਾਂਝਾ ਹੋ ਜਾਂਦਾ ਹੈ। ਸ਼ੇਅਰਿੰਗ ਇੱਕ ਬਹੁਤ ਵੱਡਾ ਟੂਲ ਹੈ ਮਨ ਨੂੰ ਸਟੇਬਲ ਰੱਖਣ ਵਾਸਤੇ। ਅੱਜ ਕੱਲ੍ਹ ਸਾਡੇ ਮਿੱਤਰ ਬਹੁਤ ਹਨ, ਬਟ ਮਨ ਸਾਂਝਾ ਨਹੀਂ ਕਰ ਪਾਉਂਦੇ, ਕਿਉਂਕਿ ਜੀਵਨ ਵਿੱਚ ਹਉਮੈ ਇਤਨੀ ਪ੍ਰਬਲ ਹੈ ਕਿ ਜੀਵਨ ਜਜਮੈਂਟ ਦੇ ਆਧਾਰ ਤੇ ਚੱਲਦਾ ਹੈ। ਹੁਣ ਪ੍ਰੇਮ ਘਟ ਗਿਆ ਹੈ। ਇਸ ਕਾਰਨ ਕਰਕੇ ਅਸੀਂ ਸਾਰੇ ਚਿੰਤਾ ਤੋਂ ਗ੍ਰਸਤ ਔਰ ਸ਼ੇਅਰਿੰਗ ਘੱਟ ਹੋਣ ਦੇ ਕਾਰਨ ਲੋਨਲੀਨੈਸ ਵਿੱਚ ਵਿਚਰਦੇ ਹਾਂ। ਇੱਕ ਤਰ੍ਹਾਂ ਦਾ ਨਰਕ ਹੈ। ਇਸ ਨਰਕ ਨੂੰ ਚਲਾਉਣ ਵਾਸਤੇ ਅਸੀਂ ਕਈ ਤਰ੍ਹਾਂ ਦੀਆਂ ਵਿਧੀਆਂ ਵਰਤਦੇ ਹਾਂ। ਦੂਸਰੇ ਨੂੰ ਨੀਵਾਂ ਦਿਖਾਣਾ, ਦੂਸਰੇ ਦੀ ਖਾਮੀਆਂ ਨੂੰ ਸਾਹਮਣੇ ਰੱਖਣਾ, ਕਿਸੇ ਦੇ ਨੁਕਸਾਨ ਬਾਰੇ ਬਾਰ-ਬਾਰ ਸੋਚਣਾ ਔਰ ਉਸ ਨੂੰ ਲੋਕਾਂ ਨੂੰ ਦੱਸਣਾ। ਸਾਨੂੰ ਇਹ ਸਭ ਆਪਣਾ ਫਾਇਦਾ ਦਿਖਦਾ ਹੈ। ਮੈਨੂੰ ਨਹੀਂ ਹੋਇਆ, ਉਸ ਨੂੰ ਨੁਕਸਾਨ ਹੋਇਆ। ਇੱਕ ਤਰ੍ਹਾਂ ਦਾ ਟੈਂਪਰਰੀ ਫੀਲ ਗੁੱਡ ਅਸੀਂ ਕ੍ਰੀਏਟ ਕਰਦੇ ਹਾਂ, ਪਰ ਇਹ ਤਾਂ ਰੋਗ ਹਨ ਸਾਰੇ। ਮੇਰੇ ਮਨ ਦੀ ਤਹਿ ਵਿੱਚ ਕੀ ਹੋ ਰਿਹਾ ਹੈ, ਉਸ ਤੋਂ ਡਿਸਟਰੈਕਟ ਕਰਨ ਦੀ ਵਿਧੀਆਂ ਹਨ। ਮਨ ਤਾਂ ਰੋਗੀ ਹੈ ਔਰ ਹੋਏਗਾ ਹੀ। ਹਉਮੈ ਦੀਰਘ ਰੋਗ ਹੈ, ਗਹਿਰਾ ਰੋਗ ਹੈ, ਇੱਕ ਤਰ੍ਹਾਂ ਦਾ ਜ਼ਹਿਰ ਹੈ, ਦੋਜਕ ਹੈ, ਅੱਗ ਬਲਦੀ ਹੈ ਨਰਕ ਦੀ। ਜੇ ਇਸ ਤਰ੍ਹਾਂ ਸੋਚੀਏ ਤਾਂ ਸਾਡੇ ਆਲੇ ਦੁਆਲੇ ਫਿਰਦੌਸ ਹਾਜ਼ਰ ਹੈ, ਜੰਨਤ ਜਿਸ ਨੂੰ ਦੁਨੀਆ ਕਹਿੰਦੀ ਹੈ, ਹੈਵਨ ਮੰਨ ਲਈਏ। ਪਰ ਅਸੀਂ ਆਪਣੇ ਹੰਕਾਰ ਨਾਲ ਉਸ ਤੋਂ ਟੁੱਟੇ ਹੋਏ ਹਾਂ ਔਰ ਇਹਨੂੰ ਛੱਡਣਾ ਬੜਾ ਮੁਸ਼ਕਿਲ ਹੈ। ਤਾਂ ਇਹਦੇ ਵਿੱਚ ਹੀ ਅਸੀਂ ਦੋਜਕ ਵਿੱਚ ਹੀ ਟੁਰਦੇ ਰਹਿੰਦੇ ਹਾਂ। ਆਜੀਵਨ ਇੱਕ ਨਰਕ ਬਣ ਗਿਆ ਹੈ। ਗੁਰੂ ਇਸ ਪਦੇ ਵਿੱਚ ਸਮਝਾ ਰਹੇ ਹਨ ਕਿ ਇਹ ਸਾਰੀ ਸ੍ਰਿਸ਼ਟੀ ਇੱਕ ਧਿਆਨ ਨਾਲ ਚੱਲ ਰਹੀ ਹੈ ਭਾਈ। ਉਹ ਧਿਆਨ ਕਰ ਰਿਹਾ ਹੈ ਹਰ ਇੱਕ ਦਾ। ਚਿੰਤਾ ਦਾ ਇੱਕ ਡੈਫੀਨੇਸ਼ਨ ਧਿਆਨ ਹੈ। ਕਈ ਵਾਰ ਜਦੋਂ ਅਸੀਂ ਚਿੰਤਾ ਛੱਡ ਕੇ ਐਕਸੈਪਟੈਂਸ ਵਿੱਚ ਚਲੇ ਜਾਂਦੇ ਹਾਂ ਤਾਂ ਹੋ ਸਕਦਾ ਹੈ ਨੇਚਰ ਸਾਨੂੰ ਸੋਲਿਊਸ਼ਨ ਆਪ ਪ੍ਰੋਵਾਈਡ ਕਰੇ। ਕੁਝ ਲੋਕਾਂ ਨੇ ਸ਼ੇਅਰ ਕੀਤਾ ਹੈ ਮੇਰੇ ਨਾਲ ਕਿ ਮਨ ਨੂੰ ਖੜਾ ਕਰਨ ਦੇ ਕੋਈ ਤਰੀਕੇ ਮਿਲ ਗਏ ਹਨ। ਮਨ ਜਦੋਂ ਵਿਚਲ ਜਾਂਦਾ ਹੈ, ਖੜਦਾ ਨਹੀਂ ਹੈ। ਕਈ ਵਾਰ ਕਿਸੇ ਨੂੰ ਸੁਪਨਾ ਆ ਜਾਂਦਾ ਹੈ, ਕੋਈ ਮਿਲ ਜਾਂਦਾ ਹੈ, ਕੋਈ ਸਮਝਾ ਦਿੰਦਾ ਹੈ, ਮਨ ਖਲੋ ਜਾਂਦਾ ਹੈ, ਬਹਾਵ ਚੋਂ ਹਟ ਕੇ ਥਿਰ ਹੋ ਜਾਂਦਾ ਹੈ, ਸ਼ਾਂਤ ਹੋ ਜਾਂਦਾ ਹੈ। ਨਿਰੰਕਾਰ ਦੇ ਜੀਵਨ ਵਿੱਚ ਆਉਣ ਤੇ ਹੀ ਜੀਵਨ ਬਦਲ ਜਾਂਦਾ ਹੈ। ਮਹਾਰਾਜ ਗੁਰੂ ਸਾਨੂੰ ਸਮਝਾ ਰਹੇ ਹਨ ਕਿ ਥੋੜਾ ਦੇਖੋ, ਇਹ ਸਾਰਾ ਬ੍ਰਹਮੰਡ ਚੱਲਦਾ ਪਿਆ ਹੈ, ਅਕਾਰਨ ਨਹੀਂ ਹੈ। ਇਸ ਕਾਰਨ ਪਿੱਛੇ ਬਹੁਤ ਗਹਿਨ ਚਿੰਤਾ ਔਰ ਧਿਆਨ ਨਿਰੰਕਾਰ ਦੀ ਹੈ। ਉਹ ਇਹ ਸਭ ਕੁਝ ਚਲਾਉਂਦਾ ਹੈ, ਮੈਨੂੰ ਵੀ ਚਲਾਉਂਦਾ ਹੈ। ਮੇਰੇ ਜੀਵਨ ਨੂੰ ਵੀ ਨਿਰੰਕਾਰ ਚਲਾ ਰਿਹਾ ਹੈ। ਬਾਣੀ ਵਿੱਚ ਕਈ ਪਦੇ ਆਏ ਹਨ ਸਾਨੂੰ ਇਹ ਦੱਸਣ ਲਈ, ਨਾਨਕ ਚਿੰਤਾ ਮਤ ਕਰੋ,
चिंता तिस ही है, वो चिंता करेगा साडी। जल में जंत उपायन, तिन भी रोजी दे। निरंकार केयर करता है। यह एक रेवलेशन है जिहदे विच दो गल्लां घट जांदियां हन, मेरी चिंता, मेरा हंकार और लोनलीनेस। मैं अपने आप ही नूं सेंटर ऑफ यूनीवर्स जानदा हाँ। मैं ही हाँ, मैं ही करण करके हाँ। पर गुरु समझा रहा है कि यह सब कुछ अपने आप विच नहीं चल रहा। ਇਹਦੇ ਪਿੱਛੇ बहुत गहन एफर्ट, चिंता और ध्यान हाजिर है। उत्थे हट ना चली, ना को किरस करे, ना ते उत्थे कोई दुकान चल रही है, ना कोई खेती करता है, सौदा मूल ना होवी, ना को ले ना दे, ना कोई व्यापार चल रहा है, पर उत्थे कहर है। कौन कर रहा है? महाराज। मैनू मेरे शरीर नू अनेक ही तरह के सिस्टम्स चला रहे हैं। उन्हां चों एक भी अनस्टेबल हो जाए तो जीवन नहीं जी पावांगा। मेरे मन की बनत की है मैनू आप नहीं पता है, पर उहदे च निरंकार की शक्ति हाजिर है। उहदे मूल विच, उहदी फाउंडेशन दे विच मैनू ज्ञान नहीं है। काहे रे मन चितवै उदम, जा आहर हर जियों भरिया। सैल पत्थर में जंत उपाए, ताका रिजक आगे कर तरिया। इतनी सोच मेरी गहन है। उस फैक्टर विच एक चीज़ मैं नहीं ध्यान कर पा रहा कि निरंकार है और मेरे नाल है। इस सारी सृष्टि दे नाल है, इस सारी कायनात दे विच वसदा है। सच्चे तेरे खंड, सच्चे ब्रह्मंड। यह जग सच्चे की है कोठड़ी, सच्चे का विश्वास। इस गल नूं समझना, मन विच उतारना, जीवन नूं जानन दा, जीवन दी रियलिटी नूं जी लैण दा एक तरीका है। और इस सोच नाल मन स्टेबल भी हो जाता है, क्योंकि थॉट नाल थॉट कट्टी जाती है। कई बार जब थॉट परेशान करती है, नानक जंत उपाय के संभाले सब ना, किसे एक नूं भी घट नहीं संभालता है, सब नूं संभाल रहा है। महाराज कह रहे हैं, जिन करते करना किया। जिस करते ने सृष्टि बनाई है, चिंता भी करनी ताए। वो यदि चिंता भी करता है, मेरी भी चिंता करता है। मैं बुजुर्गों नाल कुछ समा जदों बिताया तो एक बड़ी प्यारी गल करते सन। वो कहते सन, दोनों का चिंता करन दा कोई कारण नहीं है। या तो तू चिंता कर या मैं करदा हाँ। अगर मैं कर रहा हाँ तो तू छड़ दे, जे तू करेगा तो फिर मैं नहीं कर पावांगा। इनू समझना है। चिंता मेरे मन नू इंसुलेट कर देंदी है, ईगो नू ग्रस्त कर देंदी है मन ते, और दरवाजे बंद कर देंदी है किरपा दे। इतनी ज़्यादा सोच हो जाती है इहदे नाल कि नज़र फिर आ नहीं पाती। जिवें कि किसे कोई शोर मचदा होए और उत्थे कोई सियाणी गल कर भी दे तो उसकी आवाज़ ही नहीं आती। बहुत ज़्यादा भूचाल आया होए तो आदान प्रदान नहीं हो पाता। कोई नदी बहुत तरंगा विच होए तो उत्थे खड़ के दूसरे नूं सहारा नहीं दिता जा सकता। मेरे मन दे यही हालात हैं।
ਚਿੰਤਾ ਨਾਲ ਘਿਰਿਆ ਹਾਂ। ਥੋੜ੍ਹਾ ਜਿਹਾ ਇਸ ਸ਼ਬਦ ਦੀ ਵਿਚਾਰ, ਇਹਦਾ ਧਿਆਨ ਜੀਵਨ ਵਿੱਚ ਬਹੁਤ ਕੁਝ ਬਦਲ ਸਕਦਾ ਹੈ। ਨਹੀਂ ਤਾਂ ਮੈਂ ਆਜੀਵਨ ਚਿੰਤਾ ਹੀ ਕਰਦਾ ਰਹਾਂਗਾ ਔਰ ਚਿੰਤਾ ਦੇ ਵਿੱਚ ਹੀ ਜੀਵਨ ਬਹਿ ਜਾਏਗਾ। ਨਿਰੰਕਾਰ ਸਾਡੀ ਚਿੰਤਾ ਕਰਦਾ ਹੈ, ਪਰ ਅਗਰ ਮੈਂ ਬਹੁਤ ਜ਼ਿਆਦਾ ਚਿੰਤਾ ਆਪ ਹੀ ਕਰਦਾ ਜਾਵਾਂ ਤਾਂ ਨਜ਼ਰ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ। ਉਹ ਜਿਹੜੀ ਚਿੰਤਾ ਮੇਰੇ ਲਈ ਕਰ ਰਿਹਾ ਹੈ ਉਹ ਮੇਰੇ ਤੱਕ ਨਹੀਂ ਪਹੁੰਚਦੀ, ਕਿਉਂਕਿ ਮੇਰਾ ਹੰਕਾਰ ਮੈਨੂੰ ਇਨਸੂਲੇਟ ਕਰ ਦਿੰਦਾ ਹੈ। ਹਉਮੈ, ਮੈਂ ਹੀ ਹਾਂ, ਉਹ ਨਹੀਂ ਹੈ, ਤਾਂ ਉਹਦੀ ਨਜ਼ਰ ਕਿੱਥੋਂ ਆ ਸਕਦੀ ਹੈ? ਫਿਰ ਜਦ ਮੈਂ ਜਾਣਾਂਗਾ ਉਹ ਹੈ ਤਾਂ ਹੀ ਉਹਦੀ ਨਜ਼ਰ ਮਿਲੇਗੀ ਨਾ ਮਹਾਰਾਜ। ਜਦ ਮੈਂ ਜਾਣਦਾ ਹੀ ਨਹੀਂ ਉਹ ਹੈ, ਮੈਨੂੰ ਇੰਨੀ ਜ਼ਿਆਦਾ ਚਿੰਤਾ ਹੈ ਕਿ ਮੈਂ ਹੀ ਹਾਂ, ਤਾਂ ਫਿਰ ਉਸ ਤੋਂ ਟੁੱਟ ਜਾਂਦਾ ਹਾਂ ਮੈਂ। ਇਹ ਬਹੁਤ ਵੱਡੀ ਰਿਅਲਾਈਜ਼ੇਸ਼ਨ ਹੈ, ਕਿਉਂਕਿ ਚਿੰਤਾ ਅੱਜ ਦੇ ਜੀਵਨ ਦਾ ਆਧਾਰ ਬਣ ਚੁੱਕੀ ਹੈ। ਹਰ ਸਮੇਂ ਵਿੱਚ ਚਿੰਤਾ ਹੈ, ਹਰ ਕਾਰਨ ਕਰਕੇ ਚਿੰਤਾ ਹੈ। ਕਈ ਚਿੰਤਾ ਦਾ ਹੱਲ ਵੀ ਹੈ, ਕਈ ਦਾ ਹੈ ਵੀ ਨਹੀਂ। ਪਰ ਇਸ ਸਾਰੀ ਸ੍ਰਿਸ਼ਟੀ ਦਾ ਆਧਾਰ ਮਹਾਰਾਜ ਸਮਝਾਉਂਦੇ ਹਨ, ਜੋ ਹੈ ਉਹ ਚਿੰਤਾ ਕਰਦਾ ਹੈ। ਔਰ ਜਦ ਮੈਂ ਉਹਦੇ ਧਿਆਨ ਵਿੱਚ ਉਤਰਾਂਗਾ, ਜਦ ਉਹਦੇ ਨਾਮ ਵਿੱਚ ਉਤਰਾਂਗਾ, ਤਾਂ ਚਿੰਤਾ ਤੋਂ ਮੁਕਤ ਹੋ ਜਾਵਾਂਗਾ, ਜੁੜ ਜਾਵਾਂਗਾ ਉਹਦੇ ਨਾਲ। ਜਿਨ ਕਰਤੇ ਕਰਣਾ ਕੀਆ, ਚਿੰਤਾ ਵੀ ਕਰਨੀ ਤਾਹੇ। ਕਰਤੇ ਨੂੰ ਮੈਂ ਜਾਣਾਂਗਾ, ਉਹਦੇ ਵੱਲ ਮੁੱਖ ਕਰਾਂਗਾ, ਤਾਂ ਹੀ ਉਹਦੀ ਚਿੰਤਾ ਮੇਰੇ ਤੇ ਅਸਰ ਲਿਆਏਗੀ। ਹਉਮੈ ਨੂੰ ਮੈਂ ਘੇਰਾਂਗਾ, ਤੂੰ ਹੀ ਨਿਰੰਕਾਰ ਦੇ ਨਾਮ ਵਿੱਚ ਉਤਰਾਂਗਾ, ਤਾਂ ਉਸ ਦੀ ਚਿੰਤਾ ਮੇਰੇ ਜੀਵਨ ਵਿੱਚ ਅਕਸ ਪਾਏਗੀ, ਮੇਰੇ ਜੀਵਨ ਨੂੰ ਛੂਏਗੀ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਉਹਦਾ ਧਿਆਨ ਔਰ ਉਹਦੀ ਚਿੰਤਾ ਕਰਕੇ ਜਗ ਹੈ। ਮੈਂ ਹਾਂ, ਤੁਸੀਂ ਹੋ, ਅਸੀਂ ਸਭ ਹਾਂ। ਔਰ ਉਸ ਦਾ ਧਿਆਨ ਮਨ ਦੇ ਵਿੱਚ ਉਸ ਫਿਰਦੌਸ ਨੂੰ ਲਿਆਂਦਾ ਹੈ, ਜਿਸ ਫਿਰਦੌਸ ਵਿੱਚ ਉਹ ਹਾਜ਼ਰ ਹੈ। ਔਰ ਮੈਂ ਔਰ ਮੇਰੀ ਚਿੰਤਾ ਉਸ ਦੋਜਕ ਨੂੰ ਲਿਆਂਦੇ ਹਨ, ਜਿਹਦੇ ਵਿੱਚ ਮੈਂ ਜੀਵਨ ਦਾ ਆਧਾਰ ਹੈ। ਇਹ ਦੋ ਪੱਖ ਹਨ ਜੀਵਨ ਦੇ ਮਹਾਰਾਜ। ਤਿਸ ਜੋਹਾਰੀ ਸਵਾਸਤ ਤਿਸ ਦੀਵਾਨ ਅਭਗ। ਦੀਵਾਨ ਉਹਦਾ ਸਦਾ ਲਈ ਹੈ, ਉਹ ਸਦਾ ਲਈ ਹੈ। ਉਸ ਨੂੰ ਮੈਂ ਸਦਕੇ ਹਾਂ, ਉਸ ਨੂੰ ਜੈਕਾਰਾ ਆਖਦਾ ਹਾਂ, ਕਿਉਂਕਿ ਨਿਰੰਕਾਰ ਤਾਂ ਉਹਦੇ ਦਰਸ਼ਨਾਂ ਵਿੱਚ ਹਨ, ਸਦਾ ਹੀ ਉਹਦੇ ਨਾਲ ਸੁਰਤ ਜੁੜੀ ਹੈ। 10ਵੇਂ ਨਾਨਕ ਨੇ ਇੱਕ ਬੜੀ ਪਿਆਰੀ ਗੱਲ ਕੀਤੀ ਸੀ, ਚੁਭੀ ਰਹੀ ਸੁਤ ਪ੍ਰਭ ਚਰਨਨ ਮੈਂ। ਪ੍ਰਭੂ ਦੇ ਚਰਨਾਂ ਵਿੱਚ ਸੁਰਤ ਲੱਗੀ ਰਹੀ ਹੈ। ਜੀਵਨ ਕੁਝ ਹੋਰ ਦਿਖਦਾ ਹੈ। ਫਿਰ ਸਾਡੇ ਕੋਲ ਤਾਂ ਉਹ ਸ਼ਮਤਾ ਨਹੀਂ ਹੈ, ਪਰ ਗੁਰੂ ਦੇ ਦਰਸ਼ਨ ਬਾਣੀ ਵਿੱਚ ਹਾਜ਼ਰ ਹਨ। ਜੋ ਗੁਰੂ ਨੂੰ ਦਿਖ ਰਿਹਾ ਹੈ, ਮਹਾਰਾਜ ਸਮਝਾ ਰਹੇ ਹਨ ਸਾਨੂੰ। ਮੈਂ ਔਰ ਮੇਰੀ ਤੋਂ ਪਰੇ ਤੂੰ ਹੀ ਨਿਰੰਕਾਰ ਦੀ ਇੱਕ ਕਹਾਣੀ ਹੈ, ਇੱਕ ਰਸਤਾ ਹੈ, ਇੱਕ ਹਰਿਆਲੀ ਵੱਲ ਸੜਕ ਜਾ ਰਹੀ ਹੈ। ਉਸ ਰਸਤੇ ਨੂੰ ਜੀਵਨ ਵਿੱਚ ਉਤਾਰ ਦੇਣਾ, ਉਸ ਰਸਤੇ ਵੱਲ ਟੁਰ ਜਾਣਾ, ਉਸ ਦੇ ਧਿਆਨ ਵਿੱਚ ਜੀਵਨ ਵਿੱਚ ਉਤਰ ਜਾਣਾ, ਉਸ ਮਾਰਗ ਵੱਲ ਟੁਰ ਪੈਣਾ
ਨਾਮ ਨੂੰ ਮਨ ਵਿੱਚ ਉਤਾਰ ਲੈਣਾ ਜੀਵਨ ਨੂੰ ਬਦਲਣ ਦੀ ਇੱਕ ਵਿਧੀ ਹੈ। ਰੋਗੀ ਅਸੀਂ ਸਾਰੇ ਹਾਂ। ਨਾਮ ਉਸ ਰੋਗ ਦਾ ਹੱਲ ਹੈ। ਮੈਂ ਨਾਮ ਵਿੱਚ ਅਗਰ ਨਿਤ ਉਤਰਾਂਗਾ, ਮੈਂ ਨਾਮ ਵਿੱਚ ਅਗਰ ਨਿਤ ਦਰਸ਼ਨ ਕਰਾਂਗਾ ਤਾਂ ਇੱਕ ਪ੍ਰੇਮ ਜੀਵਨ ਵਿੱਚ ਸਦਾ ਬਹਿੰਦਾ ਰਹੇਗਾ। ਚਿੰਤਾ ਤੋਂ ਮੁਕਤ ਕੁਝ ਸਮੇਂ ਲਈ ਹੋ ਜਾਵਾਂਗੇ। ਸਾਨੂੰ ਇੱਕ ਆਧਾਰ ਵੀ ਮਿਲ ਜਾਏਗਾ ਕਿ ਜਿਸ ਕਾਰਨ ਕਰਕੇ ਮੈਂ ਹਾਂ ਉਹ ਮੈਂ ਨਹੀਂ ਹੈ, ਉਹ ਨਿਰੰਕਾਰ ਹੈ। ਉਸਨੇ ਮੈਨੂੰ ਬਣਾਇਆ ਹੈ। ਸੰਭਾਲੇ ਸਭਨਾ, ਉਹ ਸਭ ਨੂੰ ਸੰਭਾਲਦਾ ਹੈ। ਥੋੜਾ ਜਿਹਾ ਗਹਿਨ ਤਰੀਕੇ ਨਾਲ ਇਹਨੂੰ ਵਿਚਾਰੀਏ ਤਾਂ ਅੱਜ ਦਾ ਜੋ ਸੁਸਾਇਟੀ ਸਟਰਕਚਰ ਦੁਨੀਆ ਦਾ ਬਣਤ ਹੈ ਉਹ ਹਉਮੈ ਦੇ ਆਧਾਰ ਤੇ ਹੈ ਤਾਂ ਜੀਵਨ ਨਰਕ ਬਣ ਚੁੱਕਿਆ ਹੈ। ਔਰ ਹੁਣ ਦੁਨੀਆ ਵੀ ਪਰਲੇ ਵੱਲ ਚੱਲਣ ਲੱਗ ਪਈ ਹੈ। ਸਟ੍ਰੇਟ ਰੋਡ ਟੂ ਹੈਲ। ਇਹ ਹੁਣ ਵਾਇਰਸਿਸ ਆ ਰਹੇ ਹਨ। ਅਨੇਕ ਤਰ੍ਹਾਂ ਦਾ ਭ੍ਰਮਣ ਮੌਤ ਦਾ ਚੱਲ ਰਿਹਾ ਹੈ। ਇਹ ਸਭ ਉਸ ਨਿਰੰਕਾਰ ਦੇ ਜੀਵਨ ਵਿੱਚ ਨਾ ਹੋਣ ਕਰਕੇ ਹੈ। ਮੈਂ ਹੀ ਆਧਾਰ ਬਣਿਆ ਹਾਂ ਜੀਵਨ ਦਾ ਔਰ ਉਸ ਵਿੱਚ ਮੈਂ ਦੂਸਰੇ ਨੂੰ ਦਬਾਉਂਦਾ ਹਾਂ, ਦੂਸਰੇ ਨੂੰ ਦੁੱਖ ਦਿੰਦਾ ਹਾਂ ਤਾਂ ਸੁਖੀ ਹੁੰਦਾ ਹਾਂ। ਤਾਂ ਦੁੱਖ ਕਿਤਨਾ ਹੈ ਜੀਵਨ ਵਿੱਚ। ਗਰੀਬ ਔਰ ਅਮੀਰ, ਚੰਗਾ ਔਰ ਮਾੜਾ, ਉੱਚਾ ਔਰ ਨੀਵਾਂ, ਇਹ ਸਭ ਇੱਥੋਂ ਹੀ ਬਣਿਆ ਹੈ। ਜਦੋਂ ਮੈਂ ਇਸ ਚੀਜ਼ ਤੋਂ ਟੁੱਟ ਜਾਂਦਾ ਹਾਂ ਕਿ ਸਾਰੀ ਸ੍ਰਿਸ਼ਟੀ ਉਸਨੇ ਬਣਾਈ ਹੈ, ਉਹਦੀ ਚਿੰਤਾ ਉਹ ਕਰਦਾ ਹੈ। ਜਿਨ ਕਰਤੇ ਕਰਨਾ ਕੀਆ, ਚਿੰਤਾ ਵੀ ਕਰਨੀ ਤਾਹੇ। ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ। ਇਹ ਮੇਰੀ ਲਾਈਫ ਦੀ ਰਿਅਲਾਈਜੇਸ਼ਨ ਨਹੀਂ ਹੈ, ਬਲਕਿ ਇਹਦੀ ਉਲਟੀ ਹੈ ਕਿ ਮੈਂ ਆਪਣੇ ਆਪ ਨੂੰ ਤਾਂ ਹੀ ਬਚਾ ਸਕਦਾ ਹਾਂ ਕਿ ਮੈਂ ਵਿੱਚ ਰਵਾਂ, ਦੂਸਰੇ ਤੋਂ ਟੁੱਟ ਕੇ ਰਵਾਂ, ਜੁੜ ਕੇ ਨਹੀਂ। ਉੱਥੋਂ ਸਾਰੇ ਨਰਕ ਸ਼ੁਰੂ ਹੁੰਦੇ ਹਨ। ਇਹਦੇ ਉਲਟ ਤਾਂ ਹੀ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਕੀਤਾ ਹੈ, ਕਿਰਤ ਕਮਾਓ, ਨਾਮ ਜਪੋ ਤੇ ਵੰਡ ਛਕੋ। ਵੰਡ ਛਕਣ ਦਾ ਆਧਾਰ ਕੀ ਹੈ? ਮਿਲ ਕੇ ਜੁੜ ਕੇ ਰਹਿਣਾ, ਟੁੱਟ ਕੇ ਨਹੀਂ। ਇਸ ਨੂੰ ਮੰਨਣਾ ਕਿ ਮੈਨੂੰ ਜੋ ਮਿਲਦਾ ਹੈ ਉਹ ਉਸ ਦਾ ਦਿੱਤਾ ਹੈ। ਕਿਸੇ ਵੀ ਕਾਰਨ ਕਰਕੇ ਉਹਨੂੰ ਵੰਡ ਕੇ ਮੈਂ ਆਪਣੇ ਆਪ ਨੂੰ ਉਸ ਦੇ ਹਜ਼ੂਰੀ ਵਿੱਚ ਹਾਜ਼ਰ ਕਰਦਾ ਹਾਂ। ਤੂੰ ਹੀ ਨਿਰੰਕਾਰ ਦੀ ਗੱਲ ਚਲਾ ਲੈਂਦਾ ਹਾਂ। ਔਰ ਮੈਂ ਅਗਰ ਬਚਦਾ ਹਾਂ ਜਾਂ ਜੀਂਦਾ ਹਾਂ ਜਾਂ ਮਰਦਾ ਵੀ ਹਾਂ ਤਾਂ ਉਸ ਦੇ ਕਾਰਨ ਔਰ ਹੁਕਮ ਕਰਕੇ ਹੈ। ਇਹ ਐਕਸੈਪਟੈਂਸ ਬਹੁਤ ਮੁਸ਼ਕਿਲ ਲੱਗਦੀ ਹੈ, ਪਰ ਇਹ ਰੋਗ ਹਟਾਉਣ ਦਾ ਇੱਕ ਵਿਧੀ ਹੈ। ਨਾਮ ਨਾਲ ਜੁੜਨ ਦੀ ਇਹ ਜਿਹੜੀ ਸੇਧ ਸਾਨੂੰ ਗੁਰੂ ਦੇ ਰਹੇ ਹਨ, ਇਹ ਜੀਵਨ ਦੇ ਤੱਤ ਨੂੰ ਸਾਨੂੰ ਸਮਝਾ ਸਕਦੀ ਹੈ। ਆਣਾ ਔਰ ਜਾਣਾ ਉਹਦੇ ਹੁਕਮ ਵਿੱਚ ਹੈ। ਜੇ ਉਸਨੇ ਬਣਾਇਆ ਹੈ ਉਹੀ ਸਾਡੀ ਖੈਰ ਕਰਦਾ ਹੈ ਔਰ ਉਹ ਕਰਦਾ ਵੀ ਰਿਹਾ ਹੈ ਔਰ ਕਰਦਾ ਵੀ ਰਹੇਗਾ। ਪਰ ਜਦੋਂ ਤੱਕ ਅਸੀਂ ਇਸ ਰਿਅਲਾਈਜੇਸ਼ਨ ਤੋਂ ਟੁੱਟ ਕੇ ਜੀਵਨ ਜੀਂਦੇ ਰਵਾਂਗੇ, ਜੀਵਨ ਦੋਜਕ ਬਣੇਗਾ, ਨਰਕ ਬਣੇਗਾ। ਤਾਂ ਸਿਮਰਨ ਔਰ ਚਿੰਤਾ ਦੋਨੋਂ ਓਪੋਜ਼ਿੰਗ ਕੁਆਲਿਟੀਜ਼ ਮੰਨਦੀਆਂ ਹਨ। ਇੱਕ ਦੇ ਵਿੱਚ ਹੰਕਾਰ ਹੈ, ਦੂਸਰੇ ਵਿੱਚ ਨਿਰੰਕਾਰ ਦੀ ਹਜ਼ੂਰੀ। ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ। ਮਹਾਰਾਜ ਧਿਆਨ ਕਰੀਏ,
ਹਰਿ ਦੇ ਸਿਮਰਨ ਵਿੱਚ ਮੇਰੀ ਚਿੰਤਾ ਮਿਟ ਜਾਂਦੀ ਹੈ, ਪ੍ਰੇਮ ਨਾਲ ਭਰ ਜਾਂਦਾ ਹਾਂ ਮੈਂ। ਇਸ ਗੱਲ ਨੂੰ ਅਸੀਂ ਕਮਾ ਨਹੀਂ ਰਹੇ ਹਾਂ, ਅਸੀਂ ਇਸ ਗੱਲ ਨੂੰ ਜਾਣ ਨਹੀਂ ਰਹੇ ਹਾਂ ਸੱਤ ਵਿੱਚ। ਗੁਰੂ ਨੇ ਬਾਣੀ ਵਿੱਚ ਇੱਕ ਗੱਲ ਬੜੀ ਨਿਰਾਲੀ ਕੀਤੀ ਹੈ, ਇਹ ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਇਹ ਨਾਮ ਨਾਲ ਜੁੜਨ ਦਾ ਇੱਕ ਤਰੀਕਾ ਗੁਰੂ ਨੇ ਦੱਸਿਆ ਹੈ, ਸ਼ਬਦ ਨਾਲ ਮਨ ਨੂੰ ਜੋੜਨਾ। ਪਰ ਉਹਦੇ ਵਿੱਚ ਮੈਂ ਨਹੀਂ ਹਾਂ, ਇਹ ਸੁਣਾਇਆ ਜਾ ਰਿਹਾ ਹੈ ਮੈਨੂੰ। ਮੈਂ ਸਿਰਫ ਸੁਣਨ ਵਾਲਾ ਹਾਂ। ਨਿਰੰਕਾਰ ਸੁਣਾਉਣ ਵਾਲਾ ਹੈ, ਪਰ ਮੈਂ ਸੁਣਦਾ ਨਹੀਂ ਹਾਂ, ਕਿਉਂਕਿ ਮੇਰੇ ਕੰਨਾਂ ਵਿੱਚ ਮੇਰੀ ਚਿੰਤਾ ਦਾ ਇਤਨਾ ਸ਼ੋਰ ਹੈ, ਮੈਂ ਉਸ ਦੀ ਆਵਾਜ਼ ਹੀ ਨਹੀਂ ਸੁਣ ਪਾਉਂਦਾ, ਉਹਦੇ ਸ਼ਬਦ ਦਾ ਧਿਆਨ ਨਹੀਂ ਕਰ ਪਾਉਂਦਾ। ਇਹੀ ਕਰਨਾ ਹੈ। ਇੱਕ ਅਰਦਾਸ ਮੇਰੇ ਮਨ ਚੋਂ ਉੱਠੇ, ਮਹਾਰਾਜ ਅਸੀਂ ਇਸ ਜੀਵਨ ਵਿੱਚ ਕਿਸ ਲਈ ਆਏ ਹਾਂ, ਇਹਦਾ ਗਿਆਨ ਬਖਸ਼ ਦਿਓ ਔਰ ਉਹਦੀ ਕਮਾਈ ਬਖਸ਼ ਦਿਓ। ਕਿਉਂਕਿ ਇਸ ਪਦੇ ਵਿੱਚ ਗੁਰੂ ਨੇ ਇਸ ਗੱਲ ਨੂੰ ਦੱਸਿਆ ਹੈ ਸਾਨੂੰ ਕਿ ਇੱਥੇ ਵਿੱਚ ਦੁਨੀਆ ਕਾਹੇ ਆਇਆ, ਕਾਹਦੇ ਲਈ ਆਇਆ। ਝੂਠ ਦੀ ਕਮਾਈ ਕਰਕੇ ਕੋਈ ਆਉਣ ਦਾ ਲਾਭ ਨਹੀਂ ਹੈ, ਵਿਅਰਥ। ਬਸ ਇੱਕ ਘੁੰਮਣ ਘੇਰੀ ਵਿੱਚ ਘੁੰਮਦੇ ਰਵਾਂਗੇ, ਡਰਦੇ ਰਵਾਂਗੇ, ਚਿੰਤਾ ਕਰਦੇ ਰਵਾਂਗੇ। ਉਸ ਤੋਂ ਪਾਰ ਦਾ ਇੱਕ ਦੇਸ਼ ਹੈ, ਉਸ ਤੋਂ ਪਾਰ ਦਾ ਇੱਕ ਸਮੁੰਦਰ ਹੈ, ਉਸ ਤੋਂ ਪਾਰ ਦਾ ਇੱਕ ਬਗੀਚਾ ਹੈ, ਜਿੱਥੇ ਸਦਾ ਫਿਰਦੌਸ ਦੀ ਹਾਜ਼ਰੀ ਹੈ। ਉੱਥੇ ਨਹੀਂ ਜਾ ਪਾ ਰਿਹਾ ਮੈਂ, ਬਸ ਮੇਰੀ ਚਿੰਤਾ ਨੇ ਘੇਰਿਆ ਹੋਇਆ ਹੈ। ਵਿੱਚ ਦੁਨੀਆ ਕਾਹੇ ਆਇਆ, ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਇਸ ਜਨਮ ਨੂੰ ਗਵਾ ਨਾ ਦਈਏ ਮਹਾਰਾਜ। ਭਗਤ ਕਬੀਰ ਕਹਿੰਦੇ ਹਨ ਕਿ ਖੇਤ ਹੀ ਕਰੋ ਨਿਬੇੜਾ, ਐਸੇ ਜਨਮ ਵਿੱਚ ਨਿਬੇੜਾ ਕਰ ਦਿਓ, ਸਥਿਰਤਾ ਮਿਲ ਜਾਏ ਮਹਾਰਾਜ। ਗੁਰੂ ਨੇ ਕਈ ਵਾਰ ਸਮਝਾਇਆ ਹੈ ਇਸ ਗੱਲ ਨੂੰ, ਔਰ ਇੱਥੇ ਇਸ ਪੌੜੀ ਦੇ ਵਿੱਚ ਸਾਨੂੰ ਦੱਸ ਰਹੇ ਹਨ ਕਿ ਨਾਮ ਦੇ ਬਿਨਾਂ ਇਹ ਸਭ ਅਸੀਂ ਧਰਮ ਜੋ ਕਮਾ ਰਹੇ ਹਾਂ, ਉਹਦਾ ਕੋਈ ਬਹੁਤਾ ਲਾਭ ਨਹੀਂ ਹੈ ਇਹਨਾਂ ਚਿੰਨ੍ਹਾਂ ਦਾ, ਕਿਸੇ ਵੀ ਧਰਮ ਵਿੱਚ ਹੋਈਏ। ਮੌਲਾਨਾ ਰੂਮੀ ਨੇ ਇੱਕ ਬੜੀ ਪਿਆਰੀ ਗੱਲ ਕੀਤੀ ਸੀ, ਮੈਂ ਪਹਿਲਾਂ ਵੀ ਦੱਸਿਆ ਆਪ ਨੂੰ। ਉਹ ਕਹਿੰਦਾ ਹੈ ਧਰਮ ਇੱਕ ਕਾਸੇ ਦੀ ਤਰ੍ਹਾਂ ਹੈ ਔਰ ਅਧਿਆਤਮ ਸਪਿਰਿਚੁਅਲਿਟੀ ਉਹਦੇ ਵਿੱਚ ਜੋਤ ਜਗ ਰਹੀ ਹੈ, ਇੱਕ ਦੀਵਾ ਹੈ। ਹੈਣ ਤਾਂ ਦੋਨੋਂ ਜ਼ਰੂਰੀ, ਪਰ ਅਗਰ ਕਾਸੇ ਦੇ ਵਿੱਚ ਦੀਵਾ ਹੀ ਨਾ ਜਲੇ ਤਾਂ ਫਿਰ ਉਹ ਕਾਸਾ ਕਾਹਦਾ ਹੈ, ਉਹ ਦੀਵਾ ਕਾਹਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇੱਕ ਉਪਦੇਸ਼ ਆਪਣੇ ਖਾਲਸੇ ਨੂੰ ਕੀਤਾ ਹੈ, ਔਰ ਜਦੋਂ ਪੂਰੀ ਤਰ੍ਹਾਂ ਵਿਚਾਰੀਏ ਤਾਂ ਸ਼ਾਇਦ ਮਨ ਖੜ ਜਾਂਦਾ ਹੈ ਕਿ ਅਸੀਂ ਕਿੱਥੇ ਹਾਂ ਔਰ ਗੁਰੂ ਕੀ ਕਹਿ ਰਹੇ ਹਨ। ਪੂਰਨ ਜੋਤ ਜਗੇ ਘਟ में तब खालस ताहे न खालस जाने। जब तक पूरी जोत मन विच नहीं हाजिर, ब्रह्म ज्ञान नहीं हाजिर, खालसा कहन जोग नहीं आसी। और जदों हाजिर है तो महाराज की कहते हैं, खालसा मेरो रूप है खास, खालसे में हाँ करो निवास। जे प्रश्न पूछा जाए कि मैं गुरु गोबिंद सिंह साहिब नूं मिलना है, तो महाराज कहते हैं मैं कित्थे हाँ,
ਉਸ ਖਾਲਸੇ ਵਿੱਚ ਹਾਂ ਜੋ ਬ੍ਰਹਮ ਗਿਆਨੀ ਹੈ। ਦੇਖੀਏ, ਅਸੀਂ ਤਾਂ ਚੋਗੇ ਔਰ ਕਿਰਪਾਨਾਂ ਪਾ ਕੇ ਘੁੰਮਦੇ ਹਾਂ, ਪਰ ਕੀ ਇਹ ਗੱਲ ਸਾਨੂੰ ਟੁਕਦੀ ਹੈ ਕਿਧਰੇ ਵੀ? कितनी दूर है गुरु। पूर्ण जोत जगे कट में, बहुत निराला शब्द है। जागत जोत जपे निसबासर। नित असी उस अभ्यास विच उतरीए। एक बिना नैक ना माने, बिना एक निरंकार दे असी ना मनीए उस गल नूं। पूजा नहीं है। तीरथ दान दया तप संयम, एक बिना ना एक पछाने। बिना उस निरंकार दे ध्यान दे ना तीरथ का कोई लाभ है, ना दान का, ना असी दया कर सकते हाँ, ना तप है, ना संयम है। पूर्ण जोत जगे कट में, तब खालस ताहे न खालस जाने। महाराज गुरु नानक साहब कहते हैं, तिस जोहारी स्वास्थ तिस, तिस दीवान अपग। यह सारी सृष्टि विच जो मालक है, मैं उसनूं सदके करदा हाँ, जयकारा करदा हाँ। उस प्रभु दे आसरे विच जीना हाँ। उदा दीवान अटल है, सदाली है, अचल है। मेरी सोच, मेरी चिंता, जद तो जीवन चलिया है चिंता तो ही चल रहा है। वो चिंतावां अज मजाक लगदियां होणगियां, पर उन्होंने जीवन दे मूल तत्त नूं कण ला दित्ती है, गाल दिता है, मन नूं तोड़ दिता है। उस नाम नालों जो सदा हाजिर है मेरे अंदर, जीवन नूं नरक बना दिता है। नानक सच्चे नाम बिन क्या टिक्का क्या तक। ए हुण नाम नाल ही मैं जान पावांगा कि वो मेरी चिंता करदा है, निरंकार है, सदाली है। ए सब नाम दे जुड़न नाल ही मन विच हाजिर होएगा, नहीं तो मैनू ज्ञान नहीं हो पाएगा। केवल गल्लां ही चलणगियां। शब्द दे विचार, शब्द दा ध्यान, सुनिए मनीए, मन कीता पाओ। मन विच प्रेम हाजिर होएगा तो चिंता गिर जाएगी। और इहदा इक्को ही तरीका है कि असी इहदे विच समां नित दईए, संगत दी रूप विच दईए, कल्ले होण करके भी दईए। जितना असी इहदे विच समां देंगे, उतना रोज़मर्रा दी चिंतावां होणगियां, पर अंतर नूं नहीं छू पाणगियां। साडे मन दे विच एक खेड़ा हाजिर हो सकता है। अगे गुरु साहब कह रहे हैं, जिहड़ी रोज़मर्रा दी जीवन विच असी वैल्यूएबल चीज़ां गिणदे हां, वो समझा रहे हैं। लख नेकियां चंगियाइयां, लख पुन्ना परवान, लख तप उपर तीर्थां, सहज जोग बेबान, लख सुरतन संग्राम, रण में छूटे प्राण, लख सुरती लख ज्ञान ध्यान, पढ़िए पाठ पुराण। जिन करते करना किया, लिखिया आवन जान, नानक मती मिथ्या, करम सच्चा निशान। असी सोसाइटी विच किस नूं चंगा गिणदे हां? चंगियां गल्लां करदा है, चैरिटी करता है, जो जन ज़्यादा इन्फ्लुएंशियल है, अच्छा काम साडी निगाह विच कर रहा है, तो उत्थे गुरु शुरुआत विच कह रहे हैं, लख नेकियां चंगियाइयां, लख पुन्ना परवान। लखां ही अणगिणत ही चंगियाइयां होण, नेकियां होण इंसान दे अंदर,
ਲੱਖ ਧਰਮ ਕਮਾਉਂਦਾ ਹੋਏ ਸਾਡੀ ਨਜ਼ਰਾਂ ਵਿੱਚ ਉਹ ਬਹੁਤ ਚੰਗਾ ਹੈ, ਬਹੁਤ ਪੁੰਨ ਕਰਦਾ ਹੈ। ਲੱਖ ਪੁੰਨਾ ਪ੍ਰਵਾਨ, ਅਸੀਂ ਉਸ ਨੂੰ ਪ੍ਰਵਾਨ ਗਿਣਦੇ ਹਾਂ ਕਿ ਇਹ ਅੱਛੇ ਲੋਕ ਹਨ, ਬਹੁਤ ਕੁਝ ਚੰਗਾ ਕਰ ਰਹੇ ਹਨ। ਸੋਸ਼ਲ ਵਰਕਰਸ ਇਸ ਤਰ੍ਹਾਂ ਹੀ ਕੈਟੇਗਰੀ ਲੱਗੇਗੀ ਸਾਨੂੰ। ਅਸੀਂ ਕਹਾਂਗੇ ਬਹੁਤ ਅੱਛੇ ਹਨ, ਬਹੁਤ ਕੁਝ ਚੰਗਾ ਕਰ ਰਹੇ ਹਨ। ਗੁਰੂ ਇੱਕ ਨਹੀਂ ਕਹਿ ਰਹੇ, ਗੁਰੂ ਕਹਿ ਰਹੇ ਹਨ ਲੱਖਾਂ ਹੀ ਹੋਣ ਸਾਡੇ ਵਿੱਚ, ਲੋਕਾਂ ਦੇ ਵਿੱਚ। ਲੱਖ ਤਪ ਉੱਪਰ ਤੀਰਥਾਂ, ਤੀਰਥ ਦੇ ਉੱਪਰ ਲੱਖਾਂ ਹੀ ਲੋਕ ਹੋਣ, ਲੱਖਾਂ ਹੀ ਵਾਰੀ ਅਸੀਂ ਜਾਈਏ, ਤਪ ਕਰੀਏ, ਸਹਿਜ ਵਿੱਚ ਰਹੀਏ, ਬੇਬਾਨ ਜੰਗਲ ਵਿੱਚ ਜੋਗ ਕਮਾਈਏ, ਲੱਖ ਹੀ ਇਸ ਤਰ੍ਹਾਂ ਦੇ ਲੋਕ ਹੋਣ, ਅਸੀਂ ਉਹਨਾਂ ਨੂੰ ਚੰਗਾ ਕਹਿੰਦੇ ਹਾਂ। ਦੇਖੋ ਇਹ ਲੋਕ ਕਮਾਈ ਕਰਦੇ ਹਨ, ਇਹ ਅੱਛੇ ਹਨ। ਲੱਖ ਸੁਰਤਨ ਸੰਗਰਾਮ ਰਣ ਮੇਂ ਛੂਟੇ ਪ੍ਰਾਣ, ਕਈ ਸੁਰਤਨ ਜਿਹੜੇ ਰਣ ਭੂਮੀ ਵਿੱਚ ਸੂਰਮੇ ਹਨ, ਬੇਅੰਤ ਬਹਾਦਰੀਆਂ ਵਿੱਚ ਉਹ ਆਪਣੇ ਪ੍ਰਾਣ ਛੱਡਦੇ ਹਨ। ਜਿਸ ਤਰ੍ਹਾਂ ਵਾਰ ਦੇ ਵਿੱਚ ਲੋਕ ਮਰਦੇ ਹਨ, ਅਸੀਂ ਉਹਨਾਂ ਨੂੰ ਸ਼ਹੀਦ ਕਹਿੰਦੇ ਹਾਂ, ਅਸੀਂ ਇਹਨੂੰ ਚੰਗਾ ਗਿਣਦੇ ਹਾਂ। ਗੁਰੂ ਕਹਿੰਦੇ ਹਨ ਲੱਖਾਂ ਹੀ ਇਹੋ ਜਿਹੇ ਹੋਣ, ਲੱਖ ਸੁਰਤੀ, ਲੱਖ ਗਿਆਨ ਧਿਆਨ, ਪੜ੍ਹੀਏ ਪਾਠ ਪੁਰਾਣ, ਲੱਖ ਆਪਣੀ ਸੁਰਤੀਆਂ ਜੋੜ ਕੇ ਸਟੱਡੀਜ਼ ਕਰਦੇ ਹੋਣ, ਧਿਆਨ ਕਰਨ ਦੀਆਂ ਵਿਧੀਆਂ ਕਰਦੇ ਹੋਣ, ਗਿਆਨ ਜਾਣਦੇ ਹੋਣ, ਲੱਖਾਂ ਹੀ ਇਹੋ ਜਿਹੇ ਹੋਣ। ਜਾਂ ਇੱਕ ਜਨ ਵਿੱਚ ਇਹੋ ਜਿਹੀ ਲੱਖਾਂ ਕੁਆਲਿਟੀਜ਼ ਹੋਣ, ਅਸੀਂ ਉਹਨਾਂ ਨੂੰ ਵੀ ਚੰਗਾ ਗਿਣਦੇ ਹਾਂ। ਪਰ ਗੁਰੂ ਕਹਿੰਦੇ ਹਨ ਇਸ ਸਭ ਦਾ ਆਧਾਰ ਕੀ ਹੈ? ਜਿਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ। ਇਸ ਸਾਰੀ ਸ੍ਰਿਸ਼ਟੀ ਵਿੱਚ ਇਹ ਚੰਗਿਆਈਆਂ ਵੀ, ਇਹਦਾ ਆਣਾ ਔਰ ਜਾਣਾ ਵੀ ਉਸ ਨਿਰੰਕਾਰ ਦੇ ਹੱਥ ਵਿੱਚ ਹੈ। ਇਹ ਸਭ ਉਹ ਕਰ ਰਿਹਾ ਹੈ। ਜਦੋਂ ਅਸੀਂ ਇਹੋ ਜਿਹੀ ਅੱਛੀ ਕੁਆਲਿਟੀਜ਼ ਉਸ ਤੋਂ ਟੁੱਟ ਕੇ ਕਰਦੇ ਹਾਂ ਤਾਂ ਮਹਾਰਾਜ ਕਹਿੰਦੇ ਨਾਨਕ ਮਤੀ ਮਿੱਥਿਆ। ਇਹ ਸਭ ਮਤ ਦੇ ਵਿੱਚ ਗੱਲਾਂ ਮਿੱਥਿਆ ਹਨ। ਕਾਰਨ ਇਹ ਹੰਕਾਰ ਨੂੰ ਹੀ ਤਾਂ ਵਧਾ ਰਹੀਆਂ ਹਨ, ਕਿਉਂਕਿ ਫੋਕਸ ਨਿਰੰਕਾਰ ਨਹੀਂ ਹੈ, ਹਉਮੈ ਹੈ। ਤਾਂ ਸਿਮਰਨ ਦੇ ਬਿਨਾਂ ਸੇਵਾ ਨਹੀਂ ਹੈ, ਉਹ ਹੰਕਾਰ ਦਾ ਹੀ ਇੱਕ ਦਰਸ਼ਨ ਹੈ। ਅਸੀਂ ਦੇਖਦੇ ਹਾਂ ਰੋਜ਼ ਪੁੰਨ ਕਰਕੇ ਅਸੀਂ ਸ਼ੋਰ ਮਚਾ ਦਿੰਦੇ ਹਾਂ ਕਿ ਮੈਂ ਕਰ ਦਿੱਤਾ, ਮੈਂ ਇਹ ਦੇ ਦਿੱਤਾ, ਮੈਂ ਇਹ ਭਲਾ ਕੀਤਾ, ਤਾਂ ਉਹਦਾ ਲਾਭ ਕਰਮਾਂ ਵਿੱਚ ਲੈ ਲਿਆ, ਹੰਕਾਰ ਵੱਧ ਗਿਆ, ਸੋਸਾਇਟੀ ਮੈਨੂੰ ਉੱਚਾ ਦੇਖਣ ਲੱਗ ਪਈ ਤੇ ਇੱਕ ਗੇਮ ਸ਼ੁਰੂ ਹੋ ਗਈ, ਚੰਗਾ ਔਰ ਮਾੜਾ। ਹੁਣ ਮੈਂ ਜੱਜ ਵੀ ਬਣ ਗਿਆ। ਇਸ ਸਭ ਦਾ ਆਧਾਰ ਨਾਮ ਨਹੀਂ ਹੈ। ਗੁਰੂ ਕਹਿੰਦੇ ਹਨ ਕਿ ਇਹ ਸਭ ਮਿਥਿਆ ਹੈ, ਕਰਮ ਸੱਚਾ ਨਿਸ਼ਾਨ। ਉਸ ਦੀ ਨਦਰ ਔਰ ਉਸ ਦਾ ਪ੍ਰੇਮ, ਉਸ ਦਾ ਨਾਮ ਮੇਰੇ ਮਨ ਵਿੱਚ ਹਾਜ਼ਰ ਹੋਏ, ਇਹ ਨਿਸ਼ਾਨ ਨਹੀਂ ਹੈ ਜੀਵਨ ਦੀ, ਨਿਰੰਕਾਰ ਦੀ, ਉਸ ਮਨ ਦੇ ਖੇੜੇ ਦੀ। ਸੱਚੀ ਗੱਲ ਇਹੀ ਹੈ, ਬਾਕੀ ਮਿਥਿਆ ਹੈ ਸਭ। ਇਹ ਸਭ ਚੰਗਿਆਈਆਂ, ਇਹ ਪੁੰਨ, ਇਹ ਸੰਗਰਾਮ, ਇਹ ਯੁੱਧ ਵਿੱਚ ਯੋਧੇ ਬਣ ਕੇ ਸ਼ਹੀਦ ਹੋ ਜਾਣਾ, ਜਿਹਦੇ ਵਿੱਚ ਨਾਮ ਹਾਜ਼ਰ ਨਹੀਂ ਹੈ, ਫਿਰ ਉਹਦੀ ਕੋਈ ਵੈਲਿਊ ਨਹੀਂ, ਉਹ ਮਿਥਿਆ ਹੈ। ਉਹ ਕਰਮਾਂ ਦੀ ਹੀ ਬਸ ਖੇਡ ਚੱਲ ਰਹੀ ਹੈ। ਜਦ ਤੱਕ ਮੇਰੇ ਜੀਵਨ ਦਾ ਆਧਾਰ ਨਾਮ ਨਹੀਂ ਹੋਏਗਾ, all roads lead to hell, ਬੇਸਿਕ ਰੂਲ ਹੈ ਜੀਵਨ ਦਾ। ਹੰਕਾਰ ਮੈਨੂੰ ਚੰਗੇ ਕੰਮ ਕਰਾਏਗਾ ਤਾਂ ਮੈਨੂੰ ਚੰਗਾ ਬਣਾਏਗਾ, ਸੋਸਾਇਟੀ ਮੈਨੂੰ ਉੱਚਾ ਦੇਖੇਗੀ, ਬਾਕੀਆਂ ਨੂੰ ਨੀਵਾਂ ਦੇਖਣਾ ਸ਼ੁਰੂ ਕਰ ਦਿਆਂਗਾ, ਤਾਂ ਕਰਮ ਨਹੀਂ ਆਏਗਾ, ਨਜ਼ਰ ਨਹੀਂ ਆਏਗੀ।
ਨਜ਼ਰ ਉਹਦੇ ਵੱਲ ਆਏਗੀ ਜੋ ਨੀਵਾਂ ਚੱਲੇਗਾ, ਜੋ ਆਪਣੇ ਪੁੰਨ ਨੂੰ ਵੀ ਕਰਕੇ ਛਿਪਾ ਲੇਗਾ। ਤਾਂ ਹੀ ਛਿਪਾਏਗਾ ਕਿ ਉਸ ਦੇ ਮਨ ਵਿੱਚ ਇੱਕ ਪ੍ਰੇਮ ਹੈ, ਔਰ ਪ੍ਰੇਮ ਕਰਕੇ ਹੀ ਉਹ ਪੁੰਨ ਹੋ ਰਿਹਾ ਹੈ। ਕਿਸੇ ਗਿਣਤੀ ਵਿੱਚ ਨਹੀਂ ਹੈ। ਉਹ ਸੁਸਾਇਟੀ ਦੇ ਵਿੱਚ ਐਲਾਨ ਕਰਕੇ ਆਪਣੇ ਆਪ ਨੂੰ ਉੱਚਾ ਗਿਣਾਉਣ ਵਾਸਤੇ ਨਹੀਂ ਹੈ। ਬਸ ਇੱਕ ਪ੍ਰੇਮ ਹੈ। ਰਾਹ 'ਚੋਂ ਲੰਘਦੇ ਕਿਸੇ ਡਿੱਗੇ ਨੂੰ ਸਹਾਰਾ ਹੋ ਗਿਆ, ਗਲ ਨਾਲ ਲਾ ਲਿਆ, ਗੁਰੂ ਮਿਲ ਗਿਆ। ਉਸ ਪ੍ਰੇਮ ਵਿੱਚ ਆਨੰਦ ਆ ਗਿਆ, ਅੱਗੇ ਚੱਲ ਦਿੱਤੇ। ਸੂਫੀ ਸੇਇੰਗ ਹੈ ਇੱਕ, ਨੇਕੀ ਕਰ ਔਰ ਖੂਹ ਵਿੱਚ ਪਾ। ਪਰ ਅਸੀਂ ਨੇਕੀਆਂ ਕਰਕੇ ਉਹਦੀ ਫਿਰ ਫੋਟੋਆਂ ਖਿਚਵਾਉਂਦੇ ਹਾਂ। ਅੱਜ ਕੱਲ੍ਹ ਤਾਂ ਸੈਲਫੀਆਂ ਹੋ ਗਈਆਂ। ਆਪਣੇ ਹੰਕਾਰ ਨੂੰ ਵਧਾਉਂਦੇ ਹਾਂ। ਜੁੜਨਾ ਸਾਨੂੰ ਨਾਮ ਨਾਲ ਹੈ। ਜੀਵਨ ਦੇ ਵਿੱਚ ਇੱਕ ਦਰਵਾਜ਼ਾ ਹੈ, ਔਰ ਉਹ ਦਰਵਾਜ਼ਾ ਸਾਨੂੰ ਇੱਕ ਫਿਰਦੌਸ ਨਾਲ ਜੋੜਦਾ ਹੈ, ਇੱਕ ਹੈਵਨ ਨਾਲ ਜੋੜਦਾ ਹੈ, ਅਨਕੰਡੀਸ਼ਨਲ ਪ੍ਰੇਮ ਨਾਲ ਜੋੜਦਾ ਹੈ, ਜੋ ਸਦਾ ਵਿਗਾਸ ਹੈ ਉਹਦੇ ਨਾਲ ਜੋੜਦਾ ਹੈ। ਪਰ ਉਹ ਤਾਂ ਹੀ ਖੁੱਲ੍ਹਦਾ ਹੈ ਜਦੋਂ ਕਰਮ ਸਾਡੇ ਜੀਵਨ ਵਿੱਚ ਉਤਰਦਾ ਹੈ। ਕਰਮ ਸੱਚਾ ਨਿਸ਼ਾਨ। ਜਦੋਂ ਨਿਰੰਕਾਰ ਦੀ ਹਜ਼ੂਰੀ ਜੀਵਨ ਵਿੱਚ ਆਉਂਦੀ ਹੈ ਤਾਂ ਹੀ ਉਹ ਦਰਵਾਜ਼ਾ ਖੁੱਲ੍ਹਦਾ ਹੈ। ਤਾਂ ਫਿਰ ਚਿੰਤਾ ਤੋਂ ਹਟ ਕੇ ਮਨ ਸਿਮਰਨ ਨਾਲ ਜੁੜ ਜਾਂਦਾ ਹੈ। ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ। ਨਾਮ ਸਿਮਰ ਚਿੰਤਾ ਸਭ ਜਾਹੇ, ਬਹੁਤ ਚਿੰਤਾ ਪਿੜ ਚਾਲੇ ਹਾਰੀ। ਔਰ ਨਹੀਂ, ਅਗਰ ਮੈਂ ਕਰਾਂਗਾ, ਚਿੰਤਾ ਵਿੱਚ ਹੀ ਰਵਾਂਗਾ, ਤਾਂ ਫਿਰ ਮੈਂ ਹਾਰ ਕੇ ਜਾਵਾਂਗਾ। ਔਰ ਹਾਰ ਕੇ ਚਲੇ ਜਾਂਦੇ ਹਨ ਹਾਰ ਕੇ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ। ਪਰ ਨਿਰੰਕਾਰ ਹਰ ਇੱਕ ਦੀ ਚਿੰਤਾ ਕਰਦਾ ਹੈ, ਮੇਰੀ ਵੀ, ਆਪ ਦੀ ਵੀ। ਉਸ ਚਿੰਤਾ ਦਾ ਦਰਵਾਜ਼ਾ ਜਿਹੜੀ ਨਿਰੰਕਾਰ ਸਾਡੇ ਲਈ ਕਰ ਰਿਹਾ ਹੈ ਤਾਂ ਹੀ ਖੁੱਲ੍ਹਦਾ ਹੈ ਜਦੋਂ ਨਾਮ ਵਿੱਚ ਅਸੀਂ ਉਤਰਦੇ ਹਾਂ। ਨਹੀਂ ਤਾਂ ਉਹ ਦਰਵਾਜ਼ਾ ਬੰਦ ਹੋ ਜਾਂਦਾ ਹੈ। ਹੰਕਾਰ ਵਿੱਚ ਅਸੀਂ ਉਤਰ ਜਾਂਦੇ ਹਾਂ। ਜਾ ਕੋ ਟੇਕ ਤੁਮਾਰੀ ਸੁਆਮੀ, ਤਾਕੋ ਨਾ ਹੀ ਚਿੰਤਾ। ਉਹ ਧਿਆਨ ਕਰ ਰਿਹਾ ਹੈ ਹਰ ਇੱਕ ਦਾ, ਔਰ ਉਸ ਦਾ ਧਿਆਨ ਉਹਦੀ ਚਿੰਤਾ ਹੈ। ਚਿੰਤਨ ਵਿੱਚ ਅਸੀਂ ਉਹਦੇ ਧਿਆਨ ਨਾਲ ਜੁੜ ਸਕਦੇ ਹਾਂ, ਚਿੰਤਾ ਨਾਲ ਟੁੱਟ ਜਾਂਦੇ ਹਾਂ। ਚਿੰਤਾ ਵਿੱਚ ਹੰਕਾਰ ਹੈ, ਚਿੰਤਨ ਵਿੱਚ ਨਾਮ ਹੈ। ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਸਤਿਗੁਰ ਆਇਓ ਸਰਨ ਤੁਮਾਰੀ। ਇੱਕ ਅੰਤਰ ਦਾ ਤੀਰਥ ਖੁੱਲ੍ਹ ਜਾਂਦਾ ਹੈ, ਜਿੱਥੇ ਧੁੱਲ ਜਾਂਦਾ ਹੈ ਸਭ ਕੁਝ। ਅੰਤਰਗਤ ਤੀਰਥ ਮਲਨਾਓ। ਜੀਵਨ ਨੂੰ ਬਦਲਣ ਦਾ ਸਮਾਂ ਹੈ। ਇਹ ਸਾਰੀ ਸ੍ਰਿਸ਼ਟੀ ਬਦਲ ਰਹੀ ਹੈ। ਲੱਗਦਾ ਐਵੇਂ ਹੈ ਜਿਵੇਂ ਇੱਕ ਡੈਡ ਐਂਡ ਵੱਲ ਸਭ ਕੁਝ ਚੱਲ ਰਿਹਾ ਹੈ। ਹੁਣ ਸਾਰਾ ਸਟਰਕਚਰ ਬਦਲੀ ਹੋਏਗਾ, ਤਾਂ ਹੀ ਸਰਵਾਈਵ ਕਰ ਪਾਵਾਂਗੇ। ਔਰ ਕੁਦਰਤ ਸਾਨੂੰ ਉਹਦੇ ਲਈ ਫੋਰਸ ਵੀ ਕਰ ਰਹੀ ਹੈ। ਹੁਣ ਆਪਸ਼ਨਸ ਨਹੀਂ ਰਹਿ ਗਈਆਂ। ਜਿਸ ਤਰ੍ਹਾਂ ਦਾ ਸੋਸ਼ਲ ਸਟਰਕਚਰ ਖੜਾ ਹੋਇਆ ਹੈ, ਉਹ ਹੁਣ ਡਿੱਗ ਰਿਹਾ ਹੈ। ਜਿਸ ਤਰ੍ਹਾਂ ਦੀ ਮਨ ਦੀ ਬਣਤ ਹੁਣ ਤੱਕ ਰਹੀ ਹੈ, ਉਹਦੇ ਕਰਕੇ ਨਾਸ ਹੋ ਰਿਹਾ ਹੈ, ਡਿਸਟਰਕਸ਼ਨ ਹੋ ਰਹੀ ਹੈ। ਸਮਾਂ ਨਾਮ ਨਾਲ ਜੁੜਨ ਦਾ ਹੈ। ਜੀਵਨ ਨੂੰ ਬਦਲਣ ਦਾ ਸਮਾਂ ਹੈ। ਗੁਰੂ ਸਾਹਿਬ ਇਹ ਸਮਝਾ ਰਹੇ ਹਨ ਕਿ ਨਾਮ ਤੋਂ ਬਿਨਾਂ ਇਹ ਧਰਮ ਦੀਆਂ ਨਿਸ਼ਾਨੀਆਂ ਬੇਅਰਥ ਨੇ। ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ। ਨਿਰੰਕਾਰ ਸਾਡੀ ਚਿੰਤਾ ਕਰਦਾ ਹੈ। ਉਹਦੇ ਨਾਲ ਅਸੀਂ ਤਾਂ ਜੁੜਦੇ ਹਾਂ ਜਦੋਂ ਕਰਮ ਉਹਦਾ ਸਾਡੇ ਜੀਵਨ ਵਿੱਚ ਉਤਰਦਾ ਹੈ। ਕਰਮ ਸੱਚਾ ਨਿਸ਼ਾਨ।
ਤਾਂ ਇਹ ਹੰਕਾਰ ਰੂਪੀ ਜੀਵਨ ਸੋਸ਼ਲ ਸਟਰਕਚਰਸ ਤੋਂ ਪਰੇ ਦਾ ਜਿਹੜਾ ਅਧਿਆਤਮਕ ਜੀਵਨ ਹੈ, ਉਹਦੀ ਬਰਖਾ ਆਨੰਦ ਦੀ ਤਾਂ ਮਨ ਵਿੱਚ ਉਤਰਦੀ ਹੈ ਜਦੋਂ ਅਸੀਂ ਉਸ ਤੋਂ ਪਾਰ ਮਨ ਦੇ ਸੱਤ ਵਿੱਚ ਬੈਠੇ ਉਸ ਨਾਮ ਨਾਲ ਜੁੜਦੇ ਹਾਂ ਔਰ ਉਹਦੇ ਕਰਮ ਨੂੰ ਅਸੀਂ ਪ੍ਰਾਪਤ ਕਰਦੇ ਹਾਂ। ਕਰਮ ਸੱਚਾ ਨਿਸ਼ਾਨ। ਇਹਦੀ ਜਿਹੜੀ ਪੌੜੀ ਹੈ ਅਸੀਂ ਅਗਲੀ ਵਾਰ ਵਿਚਾਰਾਂਗੇ। ਅੱਜ ਲਈ ਇਤਨਾ ਹੀ ਵਿਚਾਰ ਪ੍ਰਵਾਨ ਕਰਨੀ ਮਹਾਰਾਜ। ਮੇਰੀ ਭੁੱਲਾਂ ਔਰ ਗਲਤੀਆਂ ਖਿਮਾ ਕਰ ਦੇਣੀਆਂ। ਅਰਦਾਸ ਇਹੀ ਹੈ, ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ। ਸਾਡੇ ਸਾਰਿਆਂ ਦੇ ਜੀਵਨ ਉਸ ਪਾਸੇ ਟੁਰੇ। ਇਹੋ ਜੀ ਸੰਗਤ ਨਾਮ ਦੀ ਵਿਚਾਰ ਦੇ ਵਿੱਚ, ਸ਼ਬਦ ਦੇ ਵਿਚਾਰ ਦੇ ਵਿੱਚ ਮਨ ਨੂੰ ਧੋਣ ਦਾ ਕੁਝ ਸਮਾਂ ਮਿਲ ਜਾਏ। ਇਸ ਲਈ ਗੁਰੂ ਨੂੰ ਅਰਦਾਸ ਹੈ ਔਰ ਧੰਨਵਾਦ ਹੈ। ਮਹਾਰਾਜ ਦੀ ਅਨੇਕ ਕਿਰਪਾ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।